देह असादन पुनः कियो है। जप जी पाठ करते उर प्रेमा, जो सिखन की ठानत शेमा। वहर निकुस पट शुष्क लियो है। वाहिगुरु जी का खालसा वाहिगुरु जी की फतेह। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਬ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਜੋ ਬੜੀ ਹੀ ਸ਼ਰਧਾ ਤੇ ਪਿਆਰ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਤੇ ਗੁਰੂ ਚਰਨਾਂ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੀਆਂ ਹਾਜ਼ਰੀਆਂ ਭਰ ਕੇ ਆਪ ਜੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੋ। ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨ ਦਾ, ਜਿੱਥੇ ਰੋਜ਼ਾਨਾ ਨੇਮ ਦੇ ਨਾਲ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਸਤਿਗੁਰਾਂ ਦਾ ਪਾਵਨ ਸ਼ਹੀਦੀ ਦਾ ਇਤਿਹਾਸ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੋ। ਸਾਧ ਸੰਗਤ, ਅੱਜ ਨਾਲ ਹੀ ਪਾਵਨ ਪਵਿੱਤਰ ਦਿਹਾੜਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਪੁਰਬ ਹੈ। ਕੱਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਗੁਰਤਾ ਗੱਦੀ ਪੁਰਬ ਸੀ। ਅੱਜ ਦੇ ਦਿਹਾੜੇ ਸਤਿਗੁਰੂ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੋਤੀ ਜੋਤ ਸਮਾਏ, ਜਿਨ੍ਹਾਂ ਨੇ ਮਹਾਨ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਇਹ ਪਾਵਨ ਨਗਰੀ, ਜਿਸ ਨਗਰੀ ਬਾਰੇ ਸਮੁੱਚਾ ਹੀ ਸੰਸਾਰ ਭਾਵਨਾ ਦੇ ਤਹਿਤ ਅਰਦਾਸਾਂ ਵੀ ਕਰਦਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਦਰਸ਼ਨ, ਇੱਥੋਂ ਦੇ ਇਸ਼ਨਾਨ ਦੀ ਭਾਵਨਾ ਦੀ ਮੰਗ ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿੰਦਾ ਸਿੱਖ ਕਰਦਾ ਹੈ। ਇਸ ਨਗਰੀ ਨੂੰ ਵਸਾਉਣ ਵਾਲੇ ਸਾਡੇ ਤੇ ਬਖਸ਼ਿਸ਼ ਕਰਕੇ ਜੋ ਗੁਰੂ ਨਾਨਕ ਦੇ ਘਰ ਦੀ ਪ੍ਰਤੱਖ ਕਰਾਮਾਤ ਉਹਨਾਂ ਦੇ ਜੀਵਨ ਵਿੱਚੋਂ ਝਲਕਾਰੇ ਮਾਰ ਕੇ ਪ੍ਰਗਟ ਹੁੰਦੀ ਹੈ। ਜੋ ਬਚਨ ਅਸੀਂ ਕਈ ਵਾਰ ਬਾਣੀ 'ਚੋਂ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਿਹਦੇ ਤੇ ਗੁਰੂ ਦੀ ਨਦਰ ਹੋ ਜਾਏ, ਮਿਹਰ ਹੋ ਜਾਏ, ਉਹਦੇ ਜੀਵਨ ਵਿੱਚ ਖੁਸ਼ੀਆਂ ਤੇ ਪਾਤਸ਼ਾਹੀਆਂ ਆਉਂਦੀਆਂ। ਗੁਰੂ ਕਿਵੇਂ ਜੀਵਨ ਨੂੰ ਬਦਲਾ ਕਰਕੇ ਉੱਚੀਆਂ ਮੰਜ਼ਲਾਂ, ਉੱਚੇ ਮੁਰਾਤਬੇ ਬਖਸ਼ਿਸ਼ ਕਰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਇਹ ਪੂਰਨੇ ਪਾਏ ਸਨ ਕਿ ਜਿੱਥੇ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਲਾਹੌਰ ਦੀ ਧਰਤੀ ਤੋਂ ਚੱਲ ਕੇ ਬਾਸਰਕੇ ਪਹੁੰਚੇ ਹੈ। ਬਾਸਰਕੇ ਤੋਂ ਨਾਨੀ ਨੇ ਭਾਵੇਂ ਬਾਬਾ ਅਮਰਦਾਸ ਜੀ ਨਾਲ ਸਾਂਝ ਪਾਈ, ਗੋਇੰਦਵਾਲ ਸਾਹਿਬ ਦੀ ਧਰਤੀ ਰਹਿ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾ ਤੇ ਸਿਮਰਨ ਦੀ ਇਹੋ ਜੀ ਘਾਲਣਾ ਘਾਲੀ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਰੂਪ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਫਿਰ ਗੁਰੂ ਨਗਰੀ ਇਹ ਪਾਵਨ ਅਸਥਾਨ ਦੀ ਉਸਾਰੀ ਕਰਵਾਈ, ਜਿੱਥੇ ਸਤਿਗੁਰਾਂ ਨੇ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਵਸਾਉਣਾ ਕੀਤਾ, ਆਰਥਿਕ ਪੱਖੋਂ ਸਿੱਖਾਂ ਨੂੰ ਖੁਸ਼ਹਾਲ ਕੀਤਾ। 30 ਰਾਗਾਂ ਵਿੱਚ ਸਤਿਗੁਰਾਂ ਨੇ ਪਾਵਨ ਬਾਣੀ ਉਚਾਰਨ ਕੀਤੀ। ਅੱਜ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਿੱਖ ਰਹਿੰਦਾ ਹੋਵੇ, ਜਿਹੜੇ ਜੀਵਨ ਦੇ ਵਿੱਚ ਸਾਡੇ ਰਿਸ਼ਤੇ ਤੇ ਨਾਤੇ ਹੁੰਦੇ ਨੇ, ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਸਾਡੇ ਤੇ ਵੱਡੀ ਮਿਹਰ। ਉਹਨਾਂ ਦੀ ਬਾਣੀ ਪੜ੍ਹਨ ਤੋਂ ਬਗੈਰ ਸਿੱਖ ਦਾ ਆਨੰਦ ਕਾਰਜ ਨਹੀਂ ਜੇ ਹੁੰਦਾ। ਲਾਵਾਂ ਦੀ ਬਾਣੀ ਜਿਹੜੀ ਅਸੀਂ ਪੜ੍ਹਦੇ ਹਾਂ, ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਸਾਡੇ ਤੇ ਵੱਡੀ ਕਿਰਪਾ, ਵੱਡੀ ਬਖਸ਼ਿਸ਼ ਹੈ। ਅੱਜ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੰਦਾ ਭੁੱਖਾ ਸੌਂ ਸਕਦਾ ਹੈ, ਪਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੇਰੀ ਨਗਰੀ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਦਾ। ਇੱਕ ਦਿਨ ਦੇ ਵਿੱਚ ਲੱਖਾਂ ਲੋਕ ਆ ਕਰਕੇ ਤੇਰੇ ਦਰ ਘਰ ਦੇ ਵਿੱਚੋਂ ਪ੍ਰਸ਼ਾਦੇ ਛਕਦੇ ਆ। ਬੇਅੰਤ ਉਪਮਾ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ, ਜਿਨ੍ਹਾਂ ਦਾ ਅੱਜ ਜੋਤੀ ਜੋਤ ਪੁਰਬ ਹੈ। ਆਓ ਗੁਰੂ ਚਰਨਾਂ ਵਿੱਚ ਸਾਰੇ ਅਰਦਾਸ ਭੱਟ ਸਾਹਿਬਾਨ ਦੇ ਰਾਹੀਂ ਮਿਲ ਕਰਕੇ ਕਰੀਏ। ਹਮ ਅਵਗੁਣ ਭਰੇ
ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਸਤਿਗੁਰੂ ਸਾਰਿਆਂ ਨੂੰ ਗੁਰਸਿੱਖੀ ਜੀਵਨ ਦੀ ਉਹ ਦਾਤ ਬਖਸ਼ਿਸ਼ ਕਰਨ ਜੋ ਗੁਰਸਿੱਖ ਨੂੰ ਆਪ ਹੀ ਉਪਦੇਸ਼ ਦੇ ਗਏ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦਿਆਂ, ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਬਚਨਾਂ ਤੇ ਤੁਰਨ ਦਾ ਸਤਿਗੁਰੂ ਸਾਨੂੰ ਵੱਲ ਬਖਸ਼ਿਸ਼ ਕਰਨ। ਅੰਮ੍ਰਿਤ ਵੇਲਾ ਤੇ ਨਿਤਨੇਮ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ। ਸੋ ਆਓ ਪਾਵਨ ਇਤਿਹਾਸ ਦੀ ਲੜੀ ਜੋ ਆਪ ਜੀ ਕੱਲ ਪ੍ਰਸੰਗ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੋ ਕਿ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਲਗਭਗ 5 ਦਿਨ ਚੰਦੂ ਦੀ ਹਵੇਲੀ ਦੇ ਵਿੱਚ ਚੰਦੂ ਪਾਪੀ ਦੇ ਵੱਲੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੀਆਂ ਸ਼ਰਤਾਂ ਮਨਾਉਣ ਵਾਸਤੇ ਭਿਆਨਕ ਕਸ਼ਟ ਤੇ ਤਸੀਹੇ ਦਿੱਤੇ ਗਏ ਨੇ, ਜਿੱਥੇ ਸਤਿਗੁਰੂ ਪਾਤਸ਼ਾਹ ਨੂੰ ਭੁੱਖੇ ਪਿਆਸੇ ਰੱਖਿਆ, ਦੇਗ ਦੇ ਵਿੱਚ ਉਬਾਲੇ ਦਿੱਤੇ, ਗਰਮ ਰੇਤਾ ਸੀਸ ਤੇ ਪਾਈ, ਤੱਤੀ ਲੋਹ ਦੇ ਉੱਪਰ ਬਿਠਾਇਆ। ਇੱਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹੋ ਜਿਹੇ ਭਿਆਨਕ ਤਸੀਹੇ ਵੇਖ ਕਰਕੇ, ਕਸ਼ਟ ਵੇਖ ਕੇ, ਜਿੱਥੇ ਸਿੱਖਾਂ ਨੂੰ ਵੀ ਕੱਸ ਕੇ ਪਕੜਿਆ ਹੋਇਆ ਹੈ, ਰੱਸਿਆਂ ਨਾਲ ਬੰਨਿਆ ਹੋਇਆ, ਉਹ ਸਿੱਖਾਂ ਦੀ ਵੀ ਪੰਜਾਂ ਦੀ ਪੇਸ਼ ਨਹੀਂ ਜਾਂਦੀ। ਉੱਥੇ ਚੰਦੂ ਦੀ ਨੂੰਹ ਜਿਹੜੀ ਸਿੱਖ ਪਰਿਵਾਰ ਦੇ ਵਿੱਚੋਂ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤ ਰੱਖਦੀ ਸੀ, ਉਹਦੇ ਕੋਲ ਵੀ ਇਹ ਸਭ ਕੁਝ ਬਰਦਾਸ਼ਤ ਨਹੀਂ ਹੁੰਦਾ। ਸਤਿਗੁਰਾਂ ਦੇ ਕੋਲੋਂ ਇਹੀ ਮੰਗ ਮੰਗਦੀ ਹੈ ਕਿ ਸਤਿਗੁਰੂ ਜੀ ਇਹ ਸਰੀਰ ਦੇ ਵਿੱਚ ਹੁਣ ਮੈਂ ਨਹੀਂ ਰਹਿਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੀ ਭਾਵਨਾ ਨੂੰ ਮੁੱਖ ਰੱਖਦਿਆਂ ਸਹਿਜ ਸੁਭਾਵਕ ਹੀ ਬਚਨ ਕਰਦੇ ਨੇ ਕਿ ਜਦੋਂ ਸਰੀਰ ਤਿਆਗੇਂਗੀ ਤੂੰ ਗੁਰੂ ਚਰਨਾਂ ਵਿੱਚ ਸਦਾ ਵਾਸਤੇ ਅਭੇਦ ਹੋ ਜਾਏਂਗੀ। ਇੱਧਰ ਸਤਿਗੁਰੂ ਪਾਤਸ਼ਾਹ ਜੀ ਨੂੰ ਚੰਦੂ ਪਾਪੀ ਇੱਕ ਗਾਂ ਨੂੰ ਮਾਰ ਕੇ ਉਹਦੀ ਖੱਲ ਦੇ ਵਿੱਚ ਮੜ ਕੇ ਇਹ ਕਸ਼ਟ ਦੇਣਾ ਚਾਹੁੰਦਾ ਹੈ। ਉਹ ਡਰਾਉਣਾ ਚਾਹੁੰਦਾ ਸੀ ਕਿ ਸਤਿਗੁਰੂ ਪਾਤਸ਼ਾਹ ਕਿਤੇ ਡਰ ਜਾਣ, ਪਰ ਜਿਨ੍ਹਾਂ ਦੇ ਸਿੱਖ ਵੀ ਗੁਰੂ ਕੀ ਬਾਣੀ ਪੜ੍ਹ ਕੇ ਮੌਤ ਤੋਂ ਵੀ ਨਹੀਂ ਡਰਦੇ, ਉਹ ਗੁਰੂ ਸਾਹਿਬ ਕਿਵੇਂ ਘਬਰਾ ਸਕਦੇ ਸੀ। ਉੱਥੇ ਮਹਾਂਕਵੀ ਜੀ ਲਿਖਦੇ ਨੇ ਕਿ ਉਹਨੇ ਫਿਰ ਬਚਨ ਸਤਿਗੁਰੂ ਪਾਤਸ਼ਾਹ ਜੀ ਦਾ ਸਰਵਣ ਕੀਤਾ। ਜਦੋਂ ਪੁੱਛਦਾ ਕੁਝ ਕਹਿਣਾ ਚਾਹੁੰਦੇ ਹੋ, ਤੇ ਸਾਹਿਬ ਨੇ ਇਸ਼ਨਾਨ ਦੀ ਇੱਛਾ ਪ੍ਰਗਟ ਕੀਤੀ। ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਇਸ਼ਨਾਨ ਕਰਨ ਵਾਸਤੇ ਚੱਲੇ ਰਾਵੀ ਵਾਲੇ ਪਾਸੇ, ਚੰਦੂ ਦੀ ਹਵੇਲੀ 'ਚ ਪਿਛਲੇ ਪਾਸੇ ਇੱਕ ਛੋਟਾ ਜਿਹਾ ਰਸਤਾ ਸੀ, ਜਿੱਥੋਂ ਉਹਨੇ ਆਪਣੇ ਸਿਪਾਹੀ ਨਾਲ ਭੇਜੇ। 5 ਸਿੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਗਏ ਨੇ। ਭਾਈ ਪਿਰਾਣਾ ਜੀ ਦੇ ਮੋਢੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੱਥ ਰੱਖਿਆ। ਸਰੀਰ ਜਿਹੜਾ ਹੈ ਇਸ ਤਰੀਕੇ ਨਾਲ 5 ਦਿਨ ਭੁੱਖਾ ਤੇ ਪਿਆਸਾ ਰਹਿਣ ਕਰਕੇ ਸਰੀਰ ਦੀਆਂ ਲੋੜਾਂ ਹੁੰਦੀਆਂ ਨੇ, ਸਰੀਰ ਬਹੁਤ ਨਿਰਬਲ ਤੇ ਕਮਜ਼ੋਰ ਹੋ ਚੁੱਕਿਆ ਸੀਗਾ। ਸਿੱਖ ਬੜੇ ਹੈਰਾਨ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਅਵਸਥਾ ਵੇਖ ਕੇ। ਸਤਿਗੁਰੂ ਜੀ ਦੀ ਅਵਸਥਾ ਦੇ ਸਰੀਰਕ ਤੌਰ ਤੇ ਉਹਨਾਂ ਨੂੰ ਕਸ਼ਟ ਦੇਣ ਦਾ ਪਾਪੀ ਨੇ ਯਤਨ ਕੀਤਾ, ਪਰ ਮਨ ਕਰਕੇ ਸਤਿਗੁਰੂ ਜੀ ਅਡੋਲ ਅਵਸਥਾ ਦੇ ਵਿੱਚ ਨੇ। ਉਹਨਾਂ ਦੀ ਮਨ ਦੀ ਅਵਸਥਾ ਨੂੰ ਡੁਲਾ ਨਹੀਂ ਸੀ ਸਕਿਆ ਏਡੇ ਭਿਆਨਕ ਤਸੀਹੇ ਦੇ ਕਰਕੇ ਵੀ। ਸਤਿਗੁਰੂ ਜੀ ਰਾਵੀ ਦੇ ਕਿਨਾਰੇ ਤੇ ਪਹੁੰਚਦੇ ਨੇ ਤੇ ਅੱਗੋਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਸੁੰਦਰ ਚਰਨਾਂ ਦੀ ਸੇਵਾ ਕਰਦੇ ਆ। ਭਾਈ ਲੰਗਾਹ ਜੀ ਚਰਨ ਧੋਣ ਦੀ ਸੇਵਾ ਬੜੇ ਪਿਆਰ ਦੇ ਨਾਲ ਕਰਦੇ। ਇੱਦਾਂ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ਼ਨਾਨ ਕੀਤਾ ਹੈ ਰਾਵੀ ਦੇ ਵਿੱਚ, ਅਗਲਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ ਤੇ ਰਸਨਾ ਤੋਂ ਸਾਰੇ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਹਿਰ ਨਿਕਸ ਪਟ ਸ਼ੁਸ਼ਕ ਲਿਓ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ ਜਲ ਦੇ ਅੰਦਰ, ਤੇ ਬਾਹਰ ਜਦੋਂ ਨਿਕਲੇ ਨੇ ਇੱਕ ਸੁੱਕਾ ਕੱਪੜਾ ਸਤਿਗੁਰੂ ਪਾਤਸ਼ਾਹ ਜੀ ਦੇ ਤਨ ਨੂੰ ਜਲ ਤੋਂ ਸਾਫ਼ ਕਰਨ ਵਾਸਤੇ, ਪੂੰਝਣ ਵਾਸਤੇ ਇਹ ਲਿਆ ਹੈ। ਦੇਹ ਅਸ਼ਾਦਨ ਪੁਨਹ ਕੀਓ ਹੈ। ਫਿਰ ਸਾਰੇ ਸਰੀਰ ਨੂੰ ਸਹਿਜੇ ਸਹਿਜੇ ਉਸ ਖੁਸ਼ਕ ਕੱਪੜੇ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਤਨ ਨੂੰ ਸੇਵਕਾਂ ਨੇ ਸੇਵਾ ਕਰਦਿਆਂ ਸਾਫ਼ ਕੀਤਾ, ਜਿਹੜਾ ਸਰੀਰ ਫਲੂਏ ਫਲੂਏ ਹੋਇਆ ਪਿਆ। ਸਤਿਗੁਰੂ ਪਾਤਸ਼ਾਹ ਜੀ ਦੇ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ। ਜਪਜੀ ਪਾਠ ਕਰਤੇ ਔਰ ਪ੍ਰੇਮਾ। ਜਿਹੜੇ ਸਤਿਗੁਰੂ ਜੀ ਹਿਰਦੇ ਵਿੱਚ ਪ੍ਰੇਮ ਨਾਲ ਭਰੇ ਹੋਏ, ਸਾਰੀ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਨੇ, ਪ੍ਰੇਮ ਸਰੂਪ ਹੋ ਕੇ ਪਸਰੇ ਹੋਏ, ਉਹ ਪਰਮੇਸ਼ਰ ਦਾ ਹੀ ਰੂਪ ਨੇ।
ਉਹ ਸਤਿਗੁਰੂ ਪਾਤਸ਼ਾਹ ਬੜੇ ਆਨੰਦ ਵਿੱਚ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਨ। ਜੋ ਸਿੱਖਨ ਕੀ ਠਾਨਤ ਛੇਮਾ। ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਹਿਰਦੇ ਵਿੱਚ ਇਹੀ ਭਾਵ ਹੈ ਕਿ ਸਿੱਖਾਂ ਦਾ ਭਲਾ ਹੋ ਜਾਏ, ਸਾਰੀ ਮਨੁੱਖਤਾ ਦਾ, ਸਾਰੇ ਸਿੱਖਾਂ ਦਾ ਭਲਾ ਕਰਨਾ ਚਾਹੁੰਦੇ ਹਨ। ਹੁਣ ਪੰਚੋ ਸਿੱਖ ਕੀ ਨਿਸ਼ਨਾਨੇ। ਇਧਰ ਪੰਜ ਸਿੱਖਾਂ ਨੇ ਵੀ ਉਸ ਵਕਤ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕੀਤਾ ਹੈ। ਗੁਰਬਾਣੀ ਕੋ ਪਾਠ ਬਖਾਨੇ। ਨਾਲ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਬਾਣੀ ਪੜ੍ਹਦੇ ਨੇ, ਸਿੱਖ ਵੀ ਪਿਆਰ ਨਾਲ ਬਾਣੀ ਪੜ੍ਹਦੇ ਹਨ। ਖਰੇ ਭਏ ਸਤਿਗੁਰ ਪਰਿਵਾਰ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਆਲੇ ਦੁਆਲੇ ਸਾਰੇ ਸਿੱਖ ਜਿਹੜੇ ਹਨ ਘੇਰਾ ਪਾ ਕੇ, ਭਾਵ ਸਤਿਗੁਰਾਂ ਦੇ ਆਲੇ ਦੁਆਲੇ ਖੜ ਜਾਂਦੇ ਹਨ। ਜਪਜੀ ਪਾਠ ਸੁਣਿਓ ਨਿਰਧਾਰ। ਸਤਿਗੁਰੂ ਪਾਤਸ਼ਾਹ ਬਾਣੀ ਪੜ੍ਹ ਰਹੇ ਨੇ ਜਪਜੀ ਸਾਹਿਬ, ਤੇ ਸਿੱਖ ਬੜੇ ਨਿਸ਼ਚਾ ਧਾਰ ਕੇ, ਬੜੇ ਅਡੋਲ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤ ਟਿਕਾ ਕੇ ਪਾਵਨ ਜਪਜੀ ਸਾਹਿਬ ਦਾ ਪਾਠ ਪਿਆਰ ਨਾਲ ਸਰਵਣ ਕਰਦੇ ਹਨ। ਭੋਗ ਪਾਏ ਕਰ ਸੀਸ ਨਿਵਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਦਾ ਪਾਠ ਜਦੋਂ ਸੰਪੂਰਨ ਹੁੰਦਾ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਲ ਹੀ ਬਾਣੀ ਦਾ ਸਤਿਕਾਰ ਕਰਦਿਆਂ ਹੋਇਆਂ ਨਿਮਰਤਾ ਵਿੱਚ ਸਤਿਕਾਰ ਨਾਲ ਸੀਸ ਝੁਕਾਉਂਦੇ ਨੇ। ਅੱਜ ਵੀ ਸਿੱਖ ਜਦੋਂ ਪਿਆਰ ਨਾਲ ਬਾਣੀ ਪੜ੍ਹਦੇ ਐ, ਬਾਣੀ ਦਾ ਸਤਿਕਾਰ ਕਰਦਿਆਂ ਸਿੱਖ ਜਦੋਂ ਭੋਗ ਪੈਂਦਾ ਹੈ, ਪੂਰਾ ਪਾਠ ਹੁੰਦਾ ਹੈ, ਸਿੱਖ ਵੀ ਝੁਕ ਕੇ ਗੁਰੂ ਦੇ ਅੱਗੇ ਸਤਿਕਾਰ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਵੀ ਭੋਗ ਪੈਂਦਾ ਹੈ, ਸਮਾਪਤੀ ਹੁੰਦੀ ਹੈ ਜਪਜੀ ਸਾਹਿਬ ਦੇ ਪਾਠ ਦੀ, ਤੇ ਸਤਿਕਾਰ ਦੇ ਵਿੱਚ ਬਾਣੀ ਦੇ ਅੱਗੇ ਸੀਸ ਝੁਕਾਉਂਦੇ ਹਨ। ਹੁਣ ਸਿੱਖਨ ਸੰਭਾਗ ਅਲਾਇਓ। ਸਿੱਖਾਂ ਨੇ ਵੀ ਮੱਥਾ ਟੇਕਿਆ ਉਸੇ ਤਰ੍ਹਾਂ, ਤੇ ਫਿਰ ਸਤਿਗੁਰੂ ਪਾਤਸ਼ਾਹ ਸਿੱਖਾਂ ਨੂੰ ਬਚਨ ਕਰਕੇ ਬੜੇ ਪਿਆਰ ਦੇ ਨਾਲ ਬਚਨ ਕਰਦੇ ਹਨ। ਅਬ ਹਮ ਚਾਹ ਪਰਲੋਕ ਪਿਆਨਾ। ਮਾਂ ਕਵੀ ਜੀ ਲਿਖਦੇ ਨੇ, ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਅਸੀਂ ਹੁਣ ਇਹ ਸਰੀਰ ਤਿਆਗਣਾ ਚਾਹੁੰਦੇ ਹਾਂ। ਚਿਤ ਜਿਮ ਕਹਿਤ ਸਕਲ ਹਮ ਠਾਨਾ। ਜੋ ਜੋ ਜਿਵੇਂ ਜਿਵੇਂ ਸਾਡਾ ਚਿੱਤ ਚਾਹੁੰਦਾ ਸੀ, ਤਿਵੇਂ ਤਿਵੇਂ ਦੇ ਅਸੀਂ ਕਾਰਜ ਕਰ ਲਏ ਹਨ। ਸ੍ਰੀ ਹਰਿਗੋਬਿੰਦ ਸੰਗ ਮਿਲੀਜਾ। ਕਹਿੰਦੇ ਹੁਣ ਤੁਸੀਂ ਇੱਕ ਕੰਮ ਕਰਨਾ ਹੈ ਕਿ ਜਦੋਂ ਤੁਸੀਂ ਸ਼੍ਰੀ ਹਰਗੋਬਿੰਦ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਣੇ ਨੇ, ਕਹਿੰਦੇ ਜਦੋਂ ਉਹਨਾਂ ਨੂੰ ਜਾ ਕੇ ਤੁਸੀਂ ਮਿਲੋਗੇ, ਹਮ ਦਿਸ਼ ਤੇ ਬਹੁ ਧੀਰਜ ਦੀਜਾ। ਸਾਡੇ ਵੱਲੋਂ ਉਹਨਾਂ ਨੂੰ ਧੀਰਜ ਹੌਸਲਾ ਦੇਣਾ ਹੈ। ਕਰੋ ਨਾ ਸ਼ੋਕ ਗੋਬਿੰਦ ਗੁਣ ਗਾਵੋ। ਸਾਰਿਆਂ ਦੇ ਨਾਲ ਮਿਲ ਕੇ ਇਹ ਗੱਲ ਕਹਿਣੀ ਹੈ ਕਿ ਕਿਸੇ ਪ੍ਰਕਾਰ ਦਾ ਸੋਗ ਨਹੀਂ ਕਰਨਾ ਹੈ, ਪਰਮੇਸ਼ਰ ਦੇ ਕੇਵਲ ਗੁਣ ਗਾਉਣੇ ਨੇ, ਉਹਦੀਆਂ ਹੀ ਸਿਫਤਾਂ ਕਰਨੀਆਂ ਹਨ। ਅਪਰ ਸਰਬ ਕੋ ਕਹੋ ਮਿਟਾਵੋ। ਬਾਕੀ ਵੀ ਸੰਗਤ ਤੇ ਪਰਿਵਾਰ ਜਿਹਦੇ ਮਨ ਵਿੱਚ ਸਾਡੇ ਬਾਰੇ ਸੁਣ ਕੇ ਕੋਈ ਮਨ 'ਚ ਵੈਰਾਗ ਸੋਗ ਪੈਦਾ ਹੋਵੇ, ਉਹਨਾਂ ਨੂੰ ਵੀ ਸਾਡੇ ਵੱਲੋਂ ਕਹਿਣਾ ਕੋਈ ਸੋਗ ਨਾ ਕਰੇ, ਰੱਬ ਦੇ ਗੁਣ ਗਾਉਣ। ਇਸ ਤਰ੍ਹਾਂ ਉਹਨਾਂ ਦੇ ਮਨ ਚੋਂ ਵੀ ਸੋਗ ਮਿਟਾਉਣਾ ਹੈ। ਸਾਜਦ ਹੋਏ ਤਖਤ ਪਰ ਰਾਜੂ। ਤੇ ਨਾਲੇ ਸ਼੍ਰੀ ਹਰਗੋਬਿੰਦ ਜੀ ਨੂੰ ਕਹਿਣਾ ਕਿ ਹੁਣ ਸ਼ਸਤਰਧਾਰੀ ਹੋ ਕਰਕੇ ਉਹ ਤਖਤ ਦੇ ਉੱਪਰ ਬਿਰਾਜਮਾਨ ਹੋਣ। ਜਥਾ ਸ਼ਕਤ ਸੈਨਾ ਸੰਗ ਸਾਜੂ। ਤੇ ਜਥਾ ਸ਼ਕਤ ਦੇ ਨਾਲ ਭਾਵ ਜਿਨ੍ਹਾਂ ਸੰਗਤਾਂ ਜਿਹੜੀਆਂ ਨੇ ਇਹ ਸ਼ਸਤਰਧਾਰੀ ਹੋਣ, ਫੌਜਾਂ ਤਿਆਰ ਕਰਨੀਆਂ ਹਨ। ਸ੍ਰੀ ਗੁਰੂ ਅਮਰਦਾਸ ਕੀ ਅੰਸ। ਇਸ ਤਰ੍ਹਾਂ ਜਿੱਥੇ ਤਿਆਰ ਬਰ ਤਿਆਰ ਫੌਜਾਂ ਤਿਆਰ ਕਰਨ ਵਾਸਤੇ, ਮੀਰੀ ਪੀਰੀ ਦੇ ਮਾਲਕ ਹੋਣ ਵਾਸਤੇ ਸਤਿਗੁਰਾਂ ਨੇ ਇਹ ਬਚਨ ਕਹੇ ਨੇ। ਨਾਲ ਹੀ ਕਹਿੰਦੇ ਜਿਸ ਵਕਤ ਉਹਨਾਂ ਨੂੰ ਗੁਰਤਾ ਗੱਦੀ ਤੇ ਭਾਵ ਤਖਤ ਤੇ ਵਿਰਾਜਮਾਨ ਕਰਨਾ ਹੈ, ਤੇ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ਼ ਸਾਰਾ ਪਰਿਵਾਰ ਹੈ, ਨਿਕਟ ਹਮਾਰੋ ਕੁਲ ਅਵਤੰਛ। ਉਹਨਾਂ ਦੀ ਕੁੱਲ ਦੇ ਗਹਿਣੇ ਗੁਰੂ ਪਰਿਵਾਰ ਦੇ ਵਿੱਚੋਂ ਉਹਨਾਂ ਨੂੰ ਵੀ ਆਪਣੇ ਕੋਲ ਉੱਥੇ ਸ੍ਰੀ ਅੰਮ੍ਰਿਤਸਰ ਬੁਲਾਉਣਾ ਕਰਨਾ ਹੈ। ਪ੍ਰਥਮ ਰੀਤ ਕਰ ਲੀਜਹਿ ਟੀਕਾ। ਜਿਵੇਂ ਪਹਿਲੇ ਗੁਰੂ ਸਾਹਿਬਾਨ ਗੁਰਤਾ ਗੱਦੀ ਤੇ ਬੈਠਦੇ ਰਹੇ ਨੇ, ਜਿਸ ਤਰੀਕੇ ਨਾਲ ਪਹਿਲਾਂ ਰੀਤ ਨਿਭਾਈ ਜਾਂਦੀ ਰਹੀ ਹੈ, ਸਕਲ ਬੜਨ ਸੰਗ ਕਹਿ ਬਚਨੀਕਾ। ਉਸ ਤਰ੍ਹਾਂ ਹੀ ਗੁਰਤਾ ਗੱਦੀ ਦੀਆਂ ਸਾਰੀਆਂ ਮਰਿਆਦਾ, ਪਹਿਲਾਂ ਤੇ ਭਾਵੇਂ ਗੁਰਦੁਆਰਾ ਕੋਠਾ ਸਾਹਿਬ ਸਤਿਗੁਰੂ ਪਾਤਸ਼ਾਹ ਸੀਸ ਝੁਕਾ ਕਰਕੇ ਆਏ ਆ ਸਤਿਕਾਰ ਕਰਕੇ, ਪਰ ਕਹਿੰਦੇ ਹੁਣ ਸੰਗਤੀ ਰੂਪ ਵਿੱਚ ਸਾਰੀ ਮਰਿਆਦਾ ਯੋਗ ਢੰਗ ਨਾਲ ਨਿਭਾਉਣੀ ਹੈ, ਜਿਵੇਂ ਵੱਡਿਆਂ ਦੀ ਮਰਿਆਦਾ ਚੱਲਦੀ ਆਈ ਹੈ। ਹ੍ਰਿਦਿਆਦਿਕ ਸਿੱਖਣ ਸਨਮਾਨੋ। ਉਚੇਚੇ ਤੌਰ ਤੇ ਬਾਬਾ ਬੁੱਢਾ ਸਾਹਿਬ ਦਾ ਨਾਮ ਲੈ ਕੇ ਕਹਿੰਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਸਾਰੇ ਸਿੱਖਾਂ ਦਾ ਤੁਸੀਂ ਸਨਮਾਨ ਕਰਨਾ ਹੈ, ਕਿ ਇਸ ਤਰੀਕੇ ਨਾਲ ਇਹ ਮਰਿਆਦਾ ਬਾਬਾ ਬੁੱਢਾ ਸਾਹਿਬ ਨੇ ਜਿਹੜੀ ਨਿਭਾਉਣੀ ਹੈ। ਪੂਰਾ ਗੁਰਨ ਕੀ ਰੀਤ ਪ੍ਰਮਾਨੋ। ਪਹਿਲੇ ਗੁਰੂ ਸਾਹਿਬਾਨਾਂ ਤੋਂ ਰੀਤ ਚੱਲਦੀ ਆ ਰਹੀ ਹੈ, ਜਿਹੜੀ ਰੀਤ ਚੱਲਦੀ ਹੈ
ਉਹ ਰੀਤ ਨੂੰ ਭਲੀ ਪ੍ਰਕਾਰ ਤੇ ਸਿੱਖੀ ਦੀ ਰੀਤ ਨੂੰ ਉਸੇ ਤਰੀਕੇ ਨਾਲ ਮੰਨਣਾ ਹੈ। ਨਹੀਂ ਰੀਤ ਇੱਕ ਰਣ ਕੀ ਕੀਜਾ, ਪਰ ਉਹਦੇ ਵਿੱਚ ਇੱਕ ਨਵੀਂ ਰੀਤ ਦਾ ਵਾਧਾ ਹੋਰ ਕਰਨਾ। ਪਹਿਲੀਆਂ ਰੀਤਾਂ ਉਸੇ ਤਰੀਕੇ ਨਾਲ ਚੱਲਣਗੀਆਂ ਸਿੱਖੀ ਦੀਆਂ, ਉਹ ਬਾਣੀ ਨਾਲ ਜੁੜਨਾ, ਉਸੇ ਤਰੀਕੇ ਦਾ ਨੇਮ ਪ੍ਰੇਮ ਸਾਰੀ ਮਰਿਆਦਾ ਉਦਾਂ ਹੀ ਹੋਵੇਗੀ। ਪਰ ਇੱਕ ਨਵੀਂ ਰੀਤ ਜਿਹੜੀ ਹੋਰ ਹੈ, ਉਹ ਨਵੀਂ ਰੀਤ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਜਿੱਥੇ ਕੋਈ ਜ਼ਾਲਮ ਚੜ੍ਹ ਕੇ ਆਏ, ਉਹਦੇ ਵਾਸਤੇ ਜੰਗ ਵਾਸਤੇ ਵੀ ਤਿਆਰ ਬਰ ਤਿਆਰ ਰਹਿਣਾ। ਜਿੱਥੇ ਪਹਿਲਾਂ ਦੇਗ ਤਿਆਰ ਰਹਿੰਦੀ ਸੀ, ਹੁਣ ਤੇਗ ਵੀ ਤਿਆਰ ਬਰ ਤਿਆਰ ਰਹਿਣੀ। ਪਹਿਲਾਂ ਕੋਈ ਆਉਂਦਾ ਸੀ, ਦੇਗ ਤਿਆਰ ਬਰ ਤਿਆਰ ਗੁਰੂ ਘਰ 'ਚ ਮਿਲਦੀ ਸੀ, ਪਰ ਇਹਦਾ ਮਤਲਬ ਹੁਣ ਤੇਗ ਵੀ ਨਾਲ ਤਿਆਰ ਕਰਨੀ ਹੈ ਕਿ ਰਣ ਦੀ ਤਿਆਰੀ, ਜੰਗ ਦੀ ਤਿਆਰੀ ਕਰਨੀ। ਤੇ ਇਹ ਰੀਤ ਵੀ ਜਿਹੜੀ ਜੰਗ ਲੜਨ ਵਾਲੀ, ਇਹ ਵੀ ਹੁਣ ਗੁਰੂ ਘਰ ਵਿੱਚ ਪ੍ਰਚਲਿਤ ਹੋਵੇਗੀ। ਅਪਰ ਪ੍ਰਥਮ ਸਮੰਗਤੀ ਚਲੀਜਾ, ਬਾਕੀ ਸਭ ਕੁਝ ਪਹਿਲਾਂ ਦੇ ਵਾਂਗੂ ਹੀ ਉਸੇ ਤਰੀਕੇ ਦੀ ਮਰਿਆਦਾ ਰਵੇਗੀ। ਦਾਹ ਦੇਹ ਨਹਿ ਕਰਿਓ ਹਮਾਰੀ, ਸਤਿਗੁਰੂ ਜੀ ਨੇ ਜਿਹੜੇ ਬਚਨ ਕਹੇ, ਮਹਾਂਕਵੀ ਜੀ ਨੇ ਲਿਖੇ ਨੇ, ਜੋ ਬਚਨ ਉਹਨਾਂ ਦੇ ਰਾਹੀਂ ਕਹਾਏ ਨੇ ਕਿ ਸਾਡੇ ਸਰੀਰ ਦਾ ਹੁਣ ਤੁਸੀਂ ਅੰਤਮ ਅਗਨ ਭੇਟ ਕਰਕੇ ਸੰਸਕਾਰ ਨਹੀਂ ਕਰਨਾ। ਦੇਹੋ ਪ੍ਰਵਾਹ ਹਿਸਲਤਾ ਬਾਰੀ, ਇਹ ਸਰੀਰ ਨੂੰ ਤੁਸੀਂ ਨਦੀ ਦੇ ਵਿੱਚ, ਰਾਵੀ ਦੇ ਵਿੱਚ ਪ੍ਰਵਾਹ ਕਰ ਦੇਣਾ ਹੈ। ਦਰਸ਼ਨ ਹਮਰੋ ਇਹ ਦਰਿਆਓ, ਇਹ ਸਮਝ ਲਓ ਕਿ ਇਹ ਦਰਿਆ ਹੀ ਸਾਡਾ ਸਰੂਪ ਹੋਏਗਾ, ਇਹਦੇ ਹੀ ਦਰਸ਼ਨ ਕਰ ਲੈਣਾ। ਉੱਤਰ ਦਿਸ ਸਿਰ ਦੱਛਣ ਪਾਓ, ਉੱਤਰ ਵਾਲੇ ਪਾਸੇ ਦਿਸ਼ ਵਿੱਚ ਸਾਡਾ ਸਿਰ ਤੇ ਦੱਖਣ ਵਾਲੇ ਪਾਸੇ ਪਾਉ। ਭਾਵ ਸਤਿਗੁਰ ਪਾਤਸ਼ਾਹ ਨੇ ਜਿਹੜੇ ਇਹ ਬਚਨ ਕਹੇ, ਸਾਡਾ ਸਰੀਰ ਇਸ ਦਰਿਆ ਦੇ ਵਿੱਚ ਪ੍ਰਵਾਹ ਕਰਨਾ ਹੈ। ਏਕ ਰਬਾਬੀ ਤਬ ਚੱਲ ਆਇਓ, ਜਿੱਥੇ ਸਤਿਗੁਰਾਂ ਨੇ ਇਹ ਬਚਨ ਕਹੇ, ਹਾਲਾਂਕਿ ਸਿੱਖ ਇਤਿਹਾਸ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਆਦਿਕ ਵਿਦਵਾਨਾਂ ਨੇ ਵੀ ਇਹ ਬਚਨ ਕਹੇ ਨੇ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਕਿ ਇਹ ਯਾਸਾ ਦੇ ਕਾਨੂੰਨ ਅਧੀਨ ਇੱਕ ਸਜ਼ਾ ਦੇਣ ਵਾਸਤੇ ਵੀ ਇੱਕ ਯਤਨ ਕੀਤਾ ਗਿਆ ਸੀਗਾ। ਮਹਾਂਕਵੀ ਜੀ ਨੇ ਆਪਣੇ ਇਹ ਪੱਖ ਬੜੇ ਸੁੰਦਰ ਢੰਗ ਦੇ ਨਾਲ ਇੱਧਰ ਉਜਾਗਰ ਕੀਤੇ ਨੇ, ਜਿੱਥੋਂ ਆਪ ਜੀ ਪਿਆਰ ਨਾਲ ਕਥਾ ਸਰਵਣ ਕਰ ਰਹੇ ਹੋ ਕਿ ਉਸ ਵਕਤ ਇੱਕ ਰਬਾਬੀ ਜਿਹੜਾ ਸੀ, ਉਸ ਅਸਥਾਨ ਤੇ ਚੱਲ ਕੇ ਕਿਤੇ ਆਇਆ ਹੈ। ਹਾਥ ਦੁਤਾਰਾ ਗੁਰ ਦਰਸਾਇਓ, ਉਹਦੇ ਹੱਥ ਦੇ ਵਿੱਚ ਇੱਕ ਦੁਤਾਰਾ ਸੀਗਾ। ਜਦੋਂ ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਨੇ ਉਹਦੇ ਵੱਲ ਵੇਖਿਆ ਹੈ। ਕਹਿਓ ਤਾਹੇ ਕੋ ਕੀਰਤਨ ਕਰਹੋ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉਹਨੂੰ ਬੜੇ ਪਿਆਰ ਦੇ ਨਾਲ ਕਹਿੰਦੇ, ਭਾਈ ਹੁਣ ਕੀਰਤਨ ਕਰਨਾ ਕਰੋ। ਉਸ ਰਬਾਬੀ ਨੂੰ ਕੀਰਤਨ ਕਰਨ ਦਾ ਉਪਦੇਸ਼ ਸਤਿਗੁਰਾਂ ਇਹ ਹੁਕਮ ਦਿੱਤਾ। ਸਲਤਾ ਤੀਰ ਰੁਚਰ ਥਲ ਥਿਰੋ, ਕਹਿਣ ਲੱਗਿਆ ਨਦੀ ਰਾਵੀ ਦੇ ਕਿਨਾਰੇ ਵਿੱਚ ਯੋਗ ਥਾਂ ਤੇ ਤੁਸੀਂ ਬੈਠਣਾ ਕਰੋ। ਗੁਰੂ ਪਛਾਨੇ ਬੰਧਨ ਕੀਨ, ਉਸ ਰਬਾਬੀ ਨੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਕਿ ਇਹ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਪਹਿਚਾਣ ਕੇ ਸਤਿਗੁਰਾਂ ਨੂੰ ਪਹਿਲਾਂ ਨਮਸਕਾਰ ਕੀਤੀ ਉਸ ਰਬਾਬੀ ਨੇ। ਗਾਵਣ ਲਗਿਓ ਸ਼ਬਦ ਰਸ ਭੀਨ, ਤੇ ਬੜੇ ਪਿਆਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ, ਗੁਰੂ ਬਾਣੀ ਨੂੰ ਬੜੇ ਪਿਆਰ ਨਾਲ, ਰਬਾਬ ਦੇ ਨਾਲ, ਰਸ ਦੇ ਵਿੱਚ, ਸੁਰ ਵਿੱਚ, ਰਾਗ ਵਿੱਚ ਗਾਉਣ ਲੱਗਾ ਹੈ। ਬ੍ਰਹਮਾਦਿਕ ਲਹ ਕੁਰ ਗੁਰ ਤਿਆਰੀ, ਇੱਧਰ ਉੱਥੇ ਸ਼ਬਦ ਪੜ੍ਹੇ ਜਾਂਦੇ ਨੇ ਤੇ ਮਹਾਂਕਵੀ ਜੀ ਨੇ ਸਤਿਗੁਰੂ ਦੀ ਵਡਿਆਈ ਕਰਦਿਆਂ ਹੋਇਆਂ, ਜੋ ਭੱਟ ਸਾਹਿਬਾਨ ਨੇ ਜਿਵੇਂ ਬਚਨ ਕੀਤੇ, ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਾਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਾਖਾਰੋ ਤੇ ਰੱਬ ਰੂਪ ਨੇ। ਤੇ ਸਾਰੇ ਕਾਇਨਾਤ ਦੇ ਦੇਵੀ ਦੇਵਤੇ ਉਸ ਰੱਬ ਅਕਾਲ ਪੁਰਖ ਦੀ ਵਡਿਆਈ ਕਰਨ ਵਾਲੇ ਨੇ। ਕਹਿਣ ਲੱਗੇ ਫਿਰ ਜਦੋਂ ਸਤਿਗੁਰੂ ਜੀ ਨੇ ਇੱਧਰ ਜਦੋਂ ਤਿਆਰੀ ਕੀਤੀ ਹੈ, ਬ੍ਰਹਮਾ ਆਦਿਕ ਦੇਵਤੇ ਵੀ ਜਿਹੜੇ ਸਤਿਗੁਰੂ ਦੀ ਤਿਆਰੀ ਨੂੰ ਜਦੋਂ ਵੇਖਦੇ ਹਨ, ਇੰਦਰਾਦਿਕ ਸੁਰ ਗੁਰ ਸੁਰ ਝਾਰੀ, ਕਹਿੰਦੇ ਇੰਦਰ ਆਦਿਕ ਦੇਵਤੇ, ਦੇਵਤਿਆਂ ਦਾ ਗੁਰੂ ਬ੍ਰਹਸਪਤੀ ਆਦਿਕ ਸਾਰੇ ਹੀ ਦੇਵਤਿਆਂ ਨੂੰ ਜਿਵੇਂ ਪਤਾ ਲੱਗਦਾ ਹੈ ਸਤਿਗੁਰੂ ਪਾਤਸ਼ਾਹ ਸਰੀਰ ਤਿਆਗਣ ਲੱਗੇ ਹਨ। ਵਿਦਿਆ ਧਰ ਉਤਲਾਵਤ ਆਈ, ਕਹਿੰਦੇ ਵੱਡੇ ਵੱਡੇ ਦੇਵਤੇ ਜਿਹੜੇ ਵਿਦਿਆਵਾਨ, ਵਿਦਿਆ ਧਰ ਆਦਿਕ ਜਿਹੜੇ ਸੀ, ਉਹ ਬੜੀ ਕਾਹਲੀ ਨਾਲ ਇਸ ਗੱਲ ਨੂੰ ਵੇਖਣ ਵਾਸਤੇ ਆਏ ਹਨ। ਕਿੰਨਰ ਜਚ ਅਪਸਰਾ ਲਿਆਏ, ਬਹੁਤ ਸਾਰੇ ਕਿੰਨਰ ਜੱਚ ਆਦਿਕ ਸਾਰੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਤਕਾਰ ਦੇ ਵਿੱਚ ਦੌੜੇ ਹੋਏ ਬੜੀ ਤੇਜ਼ੀ ਨਾਲ ਅਸਮਾਨ ਵਿੱਚ ਆਉਂਦੇ ਹਨ। ਸਕਲ ਵਾਯੂ ਗਣ ਸਿੱਧ ਅਰ ਚਾਰਨ, ਬਹੁਤ ਸਾਰੇ ਜਿਵੇਂ ਵਾਯੂ ਆਦਿਕ, ਦੇਵਤੇ ਆਦਿਕ, ਸਿੱਧ ਆਦਿਕ, ਇਸੇ ਤਰੀਕੇ ਦੇ ਨਾਲ ਭੱਟ ਆਦਿਕ ਵੀ ਜਿਹੜੇ ਹਨ ਆਏ ਹਨ। ਨਭ ਥਿਤ ਜੈ ਜੈ ਕਰਹਿ ਉਚਾਰਨ, ਸਾਰੇ ਅਸਮਾਨ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਹਨ। ਭਇਓ ਬਿਵਾਨ ਸਹਿਤ ਅਸਮਾਨ, ਵਿਵਾਨ ਕਹਿੰਦੇ ਨੇ ਜਿਹੜਾ ਵਾਯੂਯਾਨ ਹੋਵੇ, ਹਵਾ ਵਿੱਚ ਉੱਡਣ ਵਾਲਾ। ਕਹਿੰਦੇ ਇਸ ਤਰ੍ਹਾਂ ਆਪਣੇ ਵਿਵਾਨਾਂ ਸਹਿਤ ਸਾਰਾ ਅਸਮਾਨ ਜਿਹੜਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ
ਸਾਰੇ ਅਸਮਾਨ ਦੇ ਵਿੱਚ ਇਹ ਟਿਕ ਗਏ ਹਨ। ਪਸਰੀ ਜਹ ਕਹਿ ਜੋਤ ਮਹਾਨ, ਸਾਰੇ ਆਕਾਸ਼ ਵਿੱਚ ਇੱਕ ਵੱਖਰਾ ਜਿਹਾ ਹੀ ਚਾਨਣ ਤੇ ਪ੍ਰਕਾਸ਼ ਹੋ ਗਿਆ ਸੀ। ਗੋਰਖਨਾਥ ਲੀਏ ਗਨ ਚੇਲਾ, ਵੱਡੇ ਵੱਡੇ ਸਿੱਧ ਯੋਗੀ ਜਿਹੜੇ ਗੁਰੂ ਸਾਹਿਬ ਦੀਆਂ ਸਿਫਤਾਂ ਕਰਦੇ ਹੋਏ ਰਹੇ ਨੇ, ਇਹ ਸਾਰੇ ਆਪਣੇ ਚੇਲਿਆਂ ਸਮੇਤ ਆਏ ਹਨ। ਪੀਰ ਅਜਮਤੀ ਮੇਲ ਸਕੇਲਾ, ਵੱਡੇ ਵੱਡੇ ਅਜਮਤੀ ਪੀਰ ਆਦਿਕ ਇਹ ਵੀ ਗੁਰੂ ਸਾਹਿਬ ਦਾ ਸਤਿਕਾਰ ਕਰਨ ਵਾਲੇ ਆਏ ਹਨ। ਗੁਪਤ ਆਏ ਸਭ ਮੰਗਲ ਕਰਹਿ, ਕਵੀ ਜੀ ਕਹਿੰਦੇ ਸਾਰੇ ਗੁਪਤ ਹੀ ਸਨ, ਪਰ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦੇ। ਸਾਰੇ ਗੁਰੂ ਸਾਹਿਬ ਦੇ ਮੰਗਲ ਕਰਦੇ ਨੇ, ਜਸ ਗਾਉਂਦੇ ਹਨ। ਪਰਵਾਰਤ ਚਹੁ ਦਿਸ਼ ਮਹਿ ਥਿਰ ਹੈ, ਸਾਰੇ ਪਾਸੇ ਆਕਾਸ਼ ਦੇ ਵਿੱਚ ਇਹਨਾਂ ਨੇ ਘੇਰਾ ਪਾਇਆ ਹੈ। ਚਾਰੇ ਪਾਸੇ ਸਤਿਗੁਰ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਹਨ। ਸਤਿਗੁਰ ਚਰਤ ਕਹੈ ਕੋ ਸੁਣੈ, ਸਾਰੇ ਆਪਸ ਵਿੱਚ ਗੱਲਾਂ ਕਰਦੇ ਨੇ, ਸਤਿਗੁਰਾਂ ਦੀਆਂ ਵਡਿਆਈਆਂ ਕੋਈ ਕਹਿੰਦਾ ਹੈ ਤੇ ਕੋਈ ਸੁਣ ਰਿਹਾ ਹੈ। ਬਿਸਮਤ ਹੋਏ ਕਰ ਉਰ ਮਹਿ ਗੁਣੈ, ਕਈ ਬੜੇ ਹੈਰਾਨ ਹੋ ਕੇ ਮਨ ਵਿੱਚ ਵਿਚਾਰਦੇ ਨੇ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ ਸਿਫਤਾਂ ਬੜੀਆਂ ਮਹਾਨ ਹਨ। ਇਨ ਸਮ ਧੀਰਜ ਧਰਨੀ ਮਾਹੇ, ਕਿ ਸਾਰੀ ਧਰਤੀ ਦੇ ਵਿੱਚ ਇਹਨਾਂ ਵਰਗਾ ਧੀਰਜ ਕੋਈ ਨਹੀਂ। ਤੇ ਜਿਹੜਾ ਮੈਂ ਧਰਤੀ ਦਾ ਸੁਭਾਅ ਹੈ ਨਾ, ਜਿਉਂ ਬਸੁਦਾ ਕਉ ਖੋਦੈ ਕਉ ਚੰਦਨ ਲੇਪ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੰਦਰ ਬੜਾ ਵੱਡਾ ਧੀਰਜ ਹੈ। ਜਗ ਮਹਿ ਅਪਰ ਵਿਚਰੀਐ ਕਾਹੇ, ਕਹਿੰਦੇ ਜਗਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਵਰਗਾ ਧੀਰਜ ਧਾਰਨ ਕਰਨ ਵਾਲਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੈ। ਅਜਰ ਜਰਨ ਕੀ ਅਵਧ ਦਿਖਾਈ, ਇਹਨਾਂ ਨੇ ਅਜਰ ਨੂੰ ਜਰਨ ਵਾਲੀ ਤਾਕਤ ਦਿਖਾਈ। ਜਿਹੜੀ ਚੀਜ਼ ਜਰੀ ਨਹੀਂ ਨਾ ਜਾ ਸਕਦੀ, ਜਿਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਹ ਅਜਰ ਜਰਨ ਵਾਲੀ ਮਹਾਨ ਅਵਧੀ ਸਤਿਗੁਰੂ ਪਾਤਸ਼ਾਹ ਨੇ ਦਿਖਾਈ ਹੈ। ਅਛਤ ਸ਼ਕਤ ਅਤ ਦੁਖ ਅਤ ਪਾਈ, ਬੰਦੇ ਕੋ ਮਾੜੀ ਜੀ ਤਾਕਤ ਹੋਵੇ ਤੇ ਬੰਦੇ ਕੋ ਜਰੀ ਨਹੀਂ ਜਾਂਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਸਾਰੀ ਕੁਦਰਤ ਜਿਨ੍ਹਾਂ ਦੇ ਹੁਕਮ ਦੇ ਵਿੱਚ ਹੈ। ਸਾਰਾ ਕੁਝ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਭ ਕੁਝ ਜਿਨ੍ਹਾਂ ਦੇ ਭੈ ਵਿੱਚ। ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਵੀ ਸਤਿਗੁਰਾਂ ਨੇ ਕੋਈ ਸ਼ਕਤੀ ਆਪਣੀ ਦਿਖਾਈ ਨਹੀਂ। ਸਰੀਰ ਦੇ ਉੱਪਰ ਜਿਹੜੇ ਕਸ਼ਟ ਨੇ, ਉਹ ਦੁੱਖ ਨੇ, ਉਹ ਝੱਲ ਕੇ ਅਜਰ ਨੂੰ ਜਰਿਆ ਹੈ। ਨਹਿ ਸੰਕਲਪ ਹਿਰਦੇ ਮਹਿ ਕੀਨਾ, ਪਰ ਕੋਈ ਵੀ ਕਿਸੇ ਤਰੀਕੇ ਦਾ ਸੰਕਲਪ ਨਹੀਂ ਮਨ ਚ ਕੀਤਾ। ਮਾੜਾ ਜਿਹਾ ਵੀ ਸੰਗਤ ਜੀ ਸੰਕਲਪ ਕਰ ਲੈਂਦੇ ਜ਼ਾਲਮਾਂ ਪਾਪੀਆਂ ਦਾ ਨੁਕਸਾਨ ਕਰਨ ਦਾ, ਉਹ ਚੰਦੂ ਪਾਪੀ ਬਾਰੇ ਮਾੜਾ ਜਿਹਾ ਵਿਚਾਰ ਹੀ ਲੈਂਦੇ ਨਾ, ਕਿਤੇ ਸੰਕਲਪ ਕਰ ਲੈਂਦੇ, ਚੰਦੂਆ ਤੇਰਾ ਰਹੇ ਕੱਖ ਨਾ, ਤੇ ਸੱਚ ਜਾਣਿਓ ਉਸ ਚੰਦੂ ਦਾ ਵਹਿੰਦਿਆਂ ਵਹਿੰਦਿਆਂ ਹੀ ਸਰਵਨਾਸ਼ ਹੋ ਜਾਣਾ। ਪਰ ਕਿਸੇ ਪ੍ਰਕਾਰ ਦਾ ਇਹੋ ਜਿਹਾ ਸੰਕਲਪ ਨਹੀਂ ਕੀਤਾ। ਦੋਖੀ ਕਹੋ ਕਰਬੇ ਸੁਖਹੀਨਾ, ਕਿ ਸਤਿਗੁਰੂ ਚਾਹੁੰਦੇ ਸੰਕਲਪ ਕਰਕੇ ਤੇ ਦੋਖੀਆਂ ਨੂੰ ਸੁੱਖਾਂ ਤੋਂ ਹੀਣ ਕਰ ਸਕਦੇ ਸਨ, ਪਰ ਕਿਸੇ ਨੂੰ ਵੀ ਸਤਿਗੁਰਾਂ ਨੇ ਸੁੱਖਾਂ ਤੋਂ ਹੀਣ ਨਹੀਂ ਕੀਤਾ। ਇਨ ਕੀ ਉਪਮਾ ਇਨਹੂ ਬਣੈ, ਸਾਰੇ ਜਸ ਗਾਉਂਦੇ ਨੇ ਕਿ ਗੁਰੂ ਅਰਜਨ ਸਾਹਿਬ ਦੀ ਵਡਿਆਈ ਗੁਰੂ ਜੀ ਨੂੰ ਹੀ ਸ਼ੋਭਦੀ ਹੈ, ਇਹਨਾਂ ਵਰਗਾ ਕੋਈ ਹੋਰ ਨਹੀਂ। ਸਹੀ ਸਜਾਏ ਨਯਾਨੀ ਮਣੈ, ਆਪ ਜੀ ਨੇ ਸਰੀਰ ਤੇ ਕਸ਼ਟ ਝੱਲ ਲਏ ਨੇ, ਪਰ ਉਸ ਵਕਤ ਚੰਦੂ ਵਰਗੇ ਪਾਪੀ ਉਸ ਵਕਤ ਮੁਗਲ ਚੁਗੱਤਿਆਂ ਦੀ ਕਿਸੇ ਪ੍ਰਕਾਰ ਦੀ ਈਨ ਨਹੀਂ ਮੰਨੀ ਹੈ। ਅਨੇਕ ਪ੍ਰਕਾਰ ਗਗਨ ਮਹਿ ਕਹੈ, ਇਸ ਤਰ੍ਹਾਂ ਆਕਾਸ਼ ਮੰਡਲ ਦੇ ਵਿੱਚ ਕਵੀ ਜੀ ਕਹਿੰਦੇ ਸਾਰੇ ਇਹ ਦੇਵਤੇ ਵੀ ਆਪਣੇ ਆਪ ਦੇ ਵਿੱਚ ਗੱਲਾਂ ਬਾਤਾਂ ਕਰਦਿਆਂ ਗੁਰੂ ਦਾ ਜਸ ਗਾ ਰਹੇ ਹਨ। ਅਬੇ ਆਵੈ ਸਗਰੈ ਚਿਤ ਚਾਹੈ, ਕਿ ਹੁਣ ਚਾਹੁੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਡੇ ਕੋਲ ਪਹੁੰਚਣ। ਸ੍ਰੀ ਸਤਿਗੁਰ ਤਬ ਕੁਸ਼ਾ ਮੰਗਾਈ, ਫਿਰ ਸਤਿਗੁਰੂ ਪਾਤਸ਼ਾਹ ਇਧਰ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਕਿਸ ਦਿਜ ਤੇ ਕੇ ਘਰ ਤੇ ਸਮੁਦਾਈ, ਕਿਸੇ ਦੇ ਘਰੋਂ ਸਤਿਗੁਰੂ ਪਾਤਸ਼ਾਹ ਨੇ ਥੱਲੇ ਵਿਛਾਉਣ ਵਾਸਤੇ ਕੁਝ ਘਾਹ ਮੰਗਾਈ ਹੈ, ਜਿੱਥੇ ਲੇਟਣਾ ਹੈ। ਆਸ ਤਰਨੇ ਅਵਨੀ ਪਰ ਕੀਨਾ, ਉਸ ਘਾਹ ਦੇ ਉੱਪਰ ਜ਼ਮੀਨ ਦੇ ਉੱਪਰ ਘਾਹ ਵਿਛਾ ਕੇ ਉੱਥੇ ਫਿਰ ਵਸਤਰ ਜਿਹੜੇ ਹਨ ਸੋਹਣੇ ਵਿਛਾਏ ਗਏ ਹਨ। ਬਿਸਦ ਚਾਦਰਾ ਉਪਰ ਲੀਨਾ, ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਲੇਟੇ ਹਨ ਤੇ ਇੱਕ ਚਾਦਰ ਆਪਣੇ ਉੱਪਰ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਆਪ ਲੈ ਲਈ ਹੈ। ਪੌੜ ਗਏ ਆਛਾਦਿਓ ਬਦਨ, ਸਤਿਗੁਰੂ ਪਾਤਸ਼ਾਹ ਲੇਟ ਗਏ ਹਨ, ਸਾਰਾ ਸਰੀਰ ਉਸ ਚਾਦਰ ਦੇ ਨਾਲ ਢੱਕ ਲਿਆ ਹੈ। ਗਮਨ ਕਰਨ ਬੈਕੁੰਠ ਨਿਜ ਸਦਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਸੱਚਖੰਡ ਪਿਆਨਾ ਕਰਨ ਲੱਗੇ ਹਨ। ਤਿਆਗ ਦੇਹ ਜਬ ਚੜੇ ਬਿਮਾਨਾ, ਇਧਰ ਸਤਿਗੁਰੂ ਪਾਤਸ਼ਾਹ ਨੇ ਇਹ ਸਰੀਰ ਦਾ ਤਿਆਗ ਕੀਤਾ ਹੈ ਤੇ ਬਿਮਾਨ ਤੇ ਚੜ ਗਏ ਹਨ, ਭਾਵ ਸੱਚਖੰਡ ਨੂੰ ਚਲਾਣੇ ਵਾਸਤੇ। ਹਣੇ ਡੰਗ ਸੁਰ ਬ੍ਰਿੰਦ ਨਿਸ਼ਾਨਾ, ਮਾਨੋ ਸਤਿਗੁਰੂ ਪਾਤਸ਼ਾਹ ਦੇ ਸਵਾਗਤ ਵਿੱਚ ਸਾਰੇ ਦੇਵਤੇ ਨਗਾਰੇ ਵਜਾ
ਕੇ ਸਤਿਗੁਰਾਂ ਦਾ ਸਵਾਗਤ ਕਰ ਰਹੇ ਸਨ। ਮੰਜੁਲ ਫੂਲਣ ਅੰਜੁਲ ਡਾਰੈ, ਬੁੱਕ ਭਰ ਭਰ ਕੇ ਸਤਿਗੁਰਾਂ ਦਾ ਸਵਾਗਤ ਕਰਕੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਜੈ ਜੈ ਏਕੋ ਬਾਰ ਉਚਾਰੈ, ਬਾਰ-ਬਾਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜੈ ਜੈਕਾਰ ਕਰਦੇ ਹਨ। ਉਹ ਬਾਰ ਆਰਤੀ ਪੁੰਜ ਉਤਾਰੈ, ਸਤਿਗੁਰੂ ਪਾਤਸ਼ਾਹ ਜੀ ਦਾ ਜਸ ਗਾਉਂਦੇ ਨੇ, ਸੁੰਦਰ ਢੰਗ ਨਾਲ ਉਹਨਾਂ ਦਾ ਸਤਿਕਾਰ ਕਰਦਿਆਂ ਬਹੁਤ ਸੁੰਦਰ ਆਰਤੀਆਂ ਉਤਾਰਦੇ ਹਨ। ਧੂਪ ਦੁਖਾਵ ਸੁਖੰਦ ਬਿਥਾਰੈ, ਸੋਹਣੀਆਂ ਸੁਗੰਧੀ ਵਾਸਤੇ ਧੂਪ ਆਦਿਕ ਤੁਖਾਉਂਦੇ ਹਨ। ਅਤ ਉਤਸਵ ਕੋ ਸਗਰੇ ਧਾਰੈ, ਉਹ ਗੁਰੂ ਸਾਹਿਬ ਦੇ ਸਵਾਗਤ ਵਾਸਤੇ ਬੜੇ ਚਾਵਾਂ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜੀ ਆਇਆਂ ਸਵਾਗਤ ਕਰਦੇ ਹਨ। ਨਮਸਕਾਰ ਕਰ ਬੰਦ ਦਿਖਾਰੈ, ਸਾਰੇ ਦੇਵਤੇ ਵੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਬਾਰ-ਬਾਰ ਕਰਦੇ ਹਨ। ਭਇਓ ਆਕਾਸ਼ ਅਰਨ ਹੀ ਬਰਣਾ, ਸਾਰਾ ਆਕਾਸ਼ ਉਸ ਵਕਤ ਮਾਨੋ ਲਾਲ ਰੰਗ ਦਾ ਹੀ ਹੋ ਗਿਆ ਸੀ। ਵਿਖਤ ਲੋਕ ਅਚਰਜ ਉਰ ਕਰਨਾ, ਦੁਨੀਆ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਕੀ ਵਰਤ ਰਿਹਾ ਹੈ। ਕੇਵਲ ਆਕਾਸ਼ 'ਚ ਲਾਲ ਰੰਗ ਨਜ਼ਰ ਆਉਂਦਾ ਏ ਤੇ ਸਾਰੇ ਲੋਕ ਆਕਾਸ਼ ਦਾ ਵੱਖਰਾ ਜਿਹਾ ਰੰਗ ਸਾਰੇ ਪਾਸੇ ਇਹ ਚਮਕ ਵੇਖ ਕੇ ਬੜੇ ਹੈਰਾਨ ਹੋ ਰਹੇ ਹਨ। ਸਿੱਖ ਕੀ ਸੁਤਾ ਜਾਣ ਤਬ ਗਈ, ਇੱਧਰ ਜਿਹੜੀ ਸਿੱਖ ਦੀ ਧੀ ਜਿਹੜੀ ਚੰਦੂ ਦੀ ਨੂੰਹ ਸੀਗੀ, ਉਹਨੂੰ ਇਸ ਗੱਲ ਬਾਰੇ ਸਮਝ ਹੋ ਗਈ, ਕਿਉਂਕਿ ਗੁਰੂ ਚਰਨਾਂ ਨਾਲ ਪ੍ਰੀਤ ਹੋਣ ਕਰਕੇ ਉਹਨੂੰ ਵੀ ਗਿਆਨ ਦੀ ਸੋਝੀ ਹੋਈ ਚੁੱਕੀ ਸੀ ਤੇ ਉਹਨੂੰ ਇਹ ਗੱਲ ਸਮਝ ਆ ਗਈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਰੀਰ ਤਿਆਗ ਚੁੱਕੇ ਹਨ। ਤਿੰਨ ਸਮਤਨ ਪਰ ਹਰ ਸੰਗ ਭਈ, ਇਹ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਕੀ ਸਤਿਗੁਰਾਂ ਕਿਹਾ ਸੀ ਸਰੀਰ ਤਿਆਗ ਕੇ ਤੇਰਾ ਗੁਰੂ ਚਰਨਾਂ ਵਿੱਚ ਵਾਸ ਹੋ ਜਾਏਗਾ। ਜਿਵੇਂ ਤੀਲੇ ਦਾ ਕੋਈ ਤਿਆਗ ਕਰਦਾ ਹੈ ਨਾ, ਤੀਲੇ ਨਾਲ ਕੋਈ ਮੋਹ ਨਹੀਂ, ਇਹ ਤੀਲੇ ਵਾਂਗੋ ਸਰੀਰ ਉਹਨੇ ਵੀ ਉਸੇ ਵਕਤ ਤਿਆਗ ਦਿੱਤਾ ਹੈ। ਘਰ ਮੈਂ ਪਰੀ ਨ ਕਿਨਹੂ ਜਾਨੀ, ਇਹ ਸਰੀਰ ਘਰ ਵਿੱਚ ਛੱਡ ਦਿੱਤਾ ਹੈ, ਪਰ ਘਰ 'ਚ ਕਿਸੇ ਨੂੰ ਇਸ ਗੱਲ ਦੀ ਖਬਰ ਵੀ ਨਹੀਂ ਹੈ। ਭਈ ਗੁਰੂ ਸੰਗ ਭਾਗ ਮਹਾਨੀ, ਵੱਡੇ ਭਾਗਾਂ ਵਾਲੀ ਸੀ ਜਿਹੜੀ ਗੁਰੂ ਚਰਨਾਂ ਵਿੱਚ ਜਾ ਕੇ ਲੀਨ ਹੋ ਗਈ ਹੈ। ਇਹ ਵੀ ਉਰਦ ਗੁਰੂ ਕੋ ਚਲਿਓ ਬਿਬਾਨਾ, ਉਧਰ ਅਸਮਾਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਿਬਾਨ ਜਿਹੜਾ ਹੈ ਚੱਲਿਆ ਹੈ। ਗਣ ਦੇਵਨ ਕੋ ਸੰਗ ਪਿਆਨਾ, ਸਾਰੇ ਦੇਵਤੇ ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਨਾਲ ਚੱਲਦੇ ਹਨ। ਗਰਾਗਨ ਰਾਜ ਅਪਸਰਾ ਨਾਚੈ, ਸੁੰਦਰ ਢੰਗ ਨਾਲ ਜਸ ਗਾਉਂਦੇ ਨੇ, ਰਾਗਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਸਿਫਤਾਂ ਕਰਦੇ ਹਨ। ਚਲਹਿ ਅਗਾਰੀ ਕੌਤਕ ਮਾਚੈ, ਸਤਿਗੁਰਾਂ ਦਾ ਸਵਾਗਤ ਕਰਦਿਆਂ ਬੜਾ ਆਸ਼ਚਰਜ ਕੌਤਕ ਵਰਤਾ ਰਹੇ ਹਨ। ਜਹ ਲਗ ਜਿਸਕੇ ਸ਼ਕਤ ਪਿਆਨਣ, ਹੁਣ ਉਹਨਾਂ ਦੇਵਤਿਆਂ ਦੀ ਵੀ ਆਪਣੀ ਇੱਕ ਸਮਰੱਥਾ ਹੈ ਕਿ ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੋ ਸਕਦੀ ਹੈ, ਜਿੰਨੀ ਕਿ ਕਿਸੇ ਦੀ ਸ਼ਕਤੀ ਸੀ, ਜਿੱਥੋਂ ਤੱਕ ਜਾਣ ਦੀ ਕਿਸੇ ਦੀ ਸਮਰੱਥਾ ਸੀ, ਬਹਿਰ ਥਰੇ ਪਿਖ ਕਰ ਉਚਾਨਣ, ਉਹ ਉੱਥੋਂ ਤੱਕ ਅੱਗੇ ਵੱਧਦੇ ਨੇ। ਉਹਨਾਂ ਦੀ ਹੱਦ ਹੈ, ਉਹ ਅੱਗੇ ਨਹੀਂ ਜਾ ਸਕਦੇ, ਉੱਥੇ ਹੀ ਖੜੇ ਹੋ ਕੇ ਉੱਚੇ ਹੀ ਧੌਣ ਕਰਕੇ ਗੁਰੂ ਸਾਹਿਬ ਨੂੰ ਦਰਸ਼ਨ ਕਰਦੇ ਹਨ। ਗੋਰਖ ਆਦ ਪੀਰ ਸਭ ਮੁਰੇ, ਗੋਰਖ ਆਦ ਪੀਰ ਇਹਨਾਂ ਦੀ ਵੀ ਇੱਕ ਹੱਦ ਹੈ, ਇਹ ਵੀ ਉੱਥੋਂ ਵਾਪਸ ਮੁੜ ਗਏ। ਬੰਦਨ ਕਰ ਕਰ ਨਿਜ ਥਲ ਥਰੇ, ਬਾਰ-ਬਾਰ ਨਮਸਕਾਰਾਂ ਕਰਦੇ ਕਰਦੇ ਇਹ ਵੀ ਅੱਗੇ ਨਾ ਜਾ ਸਕੇ। ਇੰਦਰ ਆਦਿਕ ਪੁਨ ਬੰਦਨ ਧਾਰੇ, ਇੰਦਰ ਦਾ ਵੀ ਜਿਹੜਾ ਸਥਾਨ ਹੈ ਉਹ ਵੀ ਨਮਸਕਾਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦਾ ਹੈ। ਅਟੇ ਸੰਗ ਗੁਰ ਚਲੇ ਅਗਾਰੇ, ਇਹ ਆਪਣੀ ਆਪਣੀ ਸੀਮਾ ਤੋਂ ਅੱਗੇ ਨਾ ਵਧੇ, ਇਹ ਉੱਥੇ ਰੁਕ ਗਏ ਜਿੱਥੋਂ ਤੱਕ ਇਹਨਾਂ ਦੀ ਜਾਣ ਦੀ ਸੀਮਾ ਹੱਦ ਸੀ। ਗੁਰੂ ਸਾਹਿਬ ਹੋਰ ਅੱਗੇ ਜਾਂਦੇ ਹਨ। ਬ੍ਰਹਮ ਲੋਕ ਲਗ ਬ੍ਰਹਮਾ ਸਾਥ, ਬ੍ਰਹਮਾ ਵੀ ਜਿੱਥੋਂ ਤੱਕ ਬ੍ਰਹਮਾ ਦੀ ਜਾਣ ਦੀ ਸਮਰੱਥਾ ਸੀ, ਉਹ ਵੀ ਬ੍ਰਹਮਾ ਲੋਕ ਤੱਕ ਹੀ ਸਾਥ ਗਿਆ। ਉਹਨੇ ਆਗੇ ਗਮਨੇ ਗੁਰਨਾਥ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਪ੍ਰਤਾਖਾਰ ਹੋਰ ਅੱਗੇ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਬਿਬਾਨ ਜਾਂਦਾ ਹੈ। ਆਪਣੇ ਸਦਨ ਬੇਕੁੰਠ ਪਹੁੰਚੇ, ਤੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚਖੰਡ ਦੇ ਅੰਦਰ ਵਾਸ ਕਰਦੇ ਹਨ। ਸਰਬ ਲੋਕ ਤੇ ਅਹੈ ਸੋ ਜੋ ਉੱਚੇ, ਜਿਹੜਾ ਕਵੀ ਜੀ ਕਹਿੰਦੇ ਮਾਨੋ ਸਾਰੇ ਲੋਕਾਂ ਦੇ ਵਿੱਚੋਂ ਸ਼੍ਰੋਮਣੀ ਲੋਕ ਹੈ ਸਤਿਗੁਰਾਂ ਦਾ, ਸਭ ਤੋਂ ਉੱਚਾ ਵਾਸ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਕੇਤਕ ਦਿਨ ਸੁਰ ਗਨ ਬਚ ਕਹਾ, ਕਈ ਦਿਨ ਤੱਕ ਇਸ ਤਰ੍ਹਾਂ ਦੇਵਤੇ ਆਦਿਕ ਸਾਰੇ ਗੁਰੂ ਕੀਆਂ ਸਿਫਤਾਂ ਕਰਦੇ ਰਹੇ। ਸਤਿਗੁਰ ਚਰਤ ਸੋ ਅਚਰਜ ਇਹ, ਕਿ ਸਤਿਗੁਰੂ ਜੀ ਦੇ ਚਰਿਤ ਸਤਿਗੁਰੂ ਦੀਆਂ ਵਡਿਆਈਆਂ ਅਚਰਜ ਨੇ, ਹੈਰਾਨ ਕਰਨ ਵਾਲੀਆਂ ਹਨ। ਜਿਨ ਸਮਾਨਤਾ ਕਰਹਿ ਕੋਈ ਨਾ, ਜਿਨ੍ਹਾਂ ਦੀ ਵਡਿਆਈ ਦੀ ਬਰਾਬਰੀ ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਭੂਤ ਨਾ ਭਇਓ ਭਵਿਖਤ ਹੋਏ ਨਾ ਪਹਿਲਾਂ ਕੋਈ ਇਹੋ ਜੀ ਸਿਫਤ ਕਰਨ ਵਾਲਾ ਹੋਇਆ, ਨਾ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਪਾਤਸ਼ਾਹ ਦੀ ਵਡਿਆਈ ਕਰਨ ਵਾਲਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਸਿਫਤਾਂ ਮਹਾਂਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਪਰਮੇਸ਼ਰ ਰੂਪ ਜਾਣ ਕਰਕੇ
ਉਹ ਜੋਤੀ ਜੋਤ ਸਮਾਉਣੇ ਦੀ ਇਹ ਘਟਨਾ ਬੜੇ ਸੁੰਦਰ ਢੰਗ ਨਾਲ ਬਿਆਨ ਕੀਤੀ ਹੈ। ਦੋਹਰਾ ਪੰਚੋ ਸਿੱਖ ਪਰਿਵਾਰ ਕਰ ਸਤਿਗੁਰ ਤਨ ਤਿਸ ਕਾਲ। ਇੱਧਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਜਿੱਥੇ ਸਰੀਰਕ ਚੋਲਾ ਤਿਆਗ ਚੁੱਕੇ ਹੋਏ ਹਨ, ਪੰਜ ਸਿੱਖ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਉਸ ਵਕਤ ਪੰਜ ਭੌਤਿਕ ਸਰੀਰ ਦੇ ਕੋਲ ਹਨ। ਉਸ ਸਮੇਂ ਵਿੱਚ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪਿਰਾਣਾ, ਭਾਈ ਲੰਗਾ ਜੀ ਮੰਦ ਮੰਦ ਰੋਦਤ ਅਧਿਕ ਸੰਕਟ ਪਾਏ ਕਰਾਲ। ਸਿੱਖਾਂ ਦੇ ਹਿਰਦਾ ਜਿਹੜਾ ਵੈਰਾਗ ਦੇ ਵਿੱਚ ਭੇਜਾ ਹੋਇਆ ਹੈ, ਬਹੁਤ ਭਾਰੀ ਮਾਨੋ ਉਹਨਾਂ ਵਾਸਤੇ ਇਹ ਦੁੱਖ ਦਾ ਸਮਾਂ ਹੈ, ਕਿਉਂਕਿ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇੰਨਾ ਪਿਆਰ ਹੈ ਸਿੱਖਾਂ ਦਾ, ਇਸ ਕਰਕੇ ਹਿਰਦਾ ਸਾਰਿਆਂ ਦਾ ਹੀ ਇਸ ਕਸ਼ਟ ਦੇ ਸਮੇਂ ਵੈਰਾਗ ਦੇ ਵਿੱਚ ਭਿੱਜਾ ਹੈ। ਚੌਪਈ ਕਹਿ ਜੇਠਾ ਵਡਹੰਸ ਹੈ ਗਾਵੂ। ਤੇ ਭਾਈ ਜੇਠਾ ਜੀ ਫਿਰ ਵਡਹੰਸ ਰਾਗ ਦੇ ਵਿੱਚ ਸ਼ਬਦ ਪੜਨ ਵਾਸਤੇ, ਵੈਰਾਗ ਦੇ ਸ਼ਬਦ ਪੜਨ ਵਾਸਤੇ ਸਾਰਿਆਂ ਨੂੰ ਕਹਿੰਦੇ ਹਨ, ਗੁਰ ਪ੍ਰਲੋਕ ਭਾ ਸ਼ਬਦ ਸੁਨਾਵੋ। ਤੇ ਸਾਰਿਆਂ ਨੂੰ ਕਹਿੰਦੇ ਭਾਈ ਹੁਣ ਗੁਰੂ ਸਾਹਿਬ ਮਹਾਰਾਜ ਸਰੀਰਕ ਚੋਲਾ ਤਿਆਗ ਚੁੱਕੇ ਹਨ, ਇਸ ਕਰਕੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਸਾਰੇ ਪਿਆਰ ਨਾਲ ਸ਼ਬਦ ਪੜਨਾ ਕਰੋ। ਕਾਰਾ ਗ੍ਰਹਿ ਥਲ ਪਾਪੀ ਬੈਸੇ। ਇਦਾਂ ਸਿੱਖ ਬੜੇ ਪਿਆਰ ਨਾਲ ਵਡਹੰਸ ਰਾਗ ਵਿੱਚ ਵੈਰਾਗ ਦੇ ਸ਼ਬਦ ਪੜ੍ਹਦੇ ਹਨ। ਦੂਸਰੇ ਪਾਸੇ ਇੱਧਰ ਹਵੇਲੀ ਜਿੱਥੇ ਸਤਿਗੁਰਾਂ ਨੂੰ ਪਹਿਲਾਂ ਕੈਦ ਕੀਤਾ ਸੀ, ਇਹ ਚੰਦੂ ਪਾਪੀ ਆਦਿਕ ਇੱਥੇ ਬੈਠੇ ਹਨ। ਕਰਤ ਪ੍ਰਤੀਖਨ ਆਏ ਨਾ ਕੈਸੇ। ਉਹ ਉਡੀਕ ਕਰ ਰਿਹਾ ਹੈ ਕਿ ਸਤਿਗੁਰੂ ਜੀ ਰਾਵੀ ਦੇ ਕਿਨਾਰੇ ਤੇ ਗਏ ਨੇ, ਅਜੇ ਤੱਕ ਆਏ ਨਹੀਂ। ਇਸ ਤਰੀਕੇ ਦੇ ਨਾਲ ਉਡੀਕ ਦੇ ਵਿੱਚ ਹੈ। ਬੜੀ ਦੇਰ ਲਾਗੀ ਨਹਿ ਆਏ। ਵੱਡਾ ਸਮਾਂ ਹੋ ਗਿਆ ਹੈ, ਇਸ਼ਨਾਨ ਕਰਨ ਗਏ ਨੇ, ਅਜੇ ਤੱਕ ਵਾਪਸ ਨਹੀਂ ਮੁੜੇ। ਕਹਾਂ ਭਈ ਗਤ ਲਖੀ ਨਾ ਜਾਏ। ਕੀ ਅਵਸਥਾ ਬਣ ਗਈ ਹੈ, ਕੀ ਗੱਲ ਹੋਈ ਜਾਣਿਆ ਨਹੀਂ ਜਾ ਸਕਦਾ। ਹਾਲਾਂਕਿ ਇਹ ਗੱਲ ਜਿਵੇਂ ਰਤਨ ਸਿੰਘ ਭੰਗੂ ਨੇ ਲਿਖੀ ਹੈ ਕਿ ਇਹ ਵੀ ਪਾਪੀਆਂ ਦਾ ਇੱਕ ਕਸ਼ਟ ਦੇਣ ਦਾ ਹੀ ਇੱਕ ਯਤਨ ਉਹਨਾਂ ਵੱਲੋਂ ਕੀਤਾ ਗਿਆ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਕੇ ਇਹਨਾਂ ਵੱਲੋਂ ਸ਼ਹੀਦ ਕੀਤਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਇੱਕ ਕੌਤਕ ਸੀ, ਵੱਖਰੇ ਪੱਖ। ਪਰ ਜਿਵੇਂ ਗੱਲ ਪ੍ਰਗਟ ਹੋਈ ਉਸ ਵਕਤ ਦੀ ਜਿਹੜੀ ਪ੍ਰਚਲਿਤ ਰਹੀ, ਇਹ ਮਹਾਂਕਵੀ ਜੀ ਉਸ ਰੂਪ ਵਿੱਚ ਬਿਆਨ ਕਰ ਰਹੇ ਨੇ, ਕਿਉਂਕਿ ਕਈ ਗੱਲਾਂ ਜਿਹੜੀਆਂ ਗੁਪਤ ਰੱਖ ਕੇ ਜਿਹੜੇ ਛੜਯੰਤਰ ਜਿਹੜੇ ਸੀ ਉਸ ਵਕਤ ਰਚੇ ਗਏ ਸਨ ਪਾਪੀਆਂ ਦੇ ਵੱਲੋਂ। ਇਤਨੇ ਮਹਿ ਉਤਲਾਵਤ ਆਵਾ। ਇੰਨੇ ਚਿਰ ਦੇ ਵਿੱਚ ਉਹ ਬੜੇ ਦੌੜ ਕੇ ਪਾਪੀ ਚੰਦੂ ਜਿਹੜਾ ਹੈ ਦੌੜਿਆ ਹੋਇਆ ਰਾਵੀ ਦਰਿਆ ਦੇ ਕਿਨਾਰੇ ਵਾਲੇ ਪਾਸੇ ਨੂੰ ਭੱਜਾ ਆਇਆ, ਪਤਾ ਤੇ ਕਰਾਂ ਕਿੱਥੇ ਰਹਿ ਗਏ। ਸੇਵਕ ਸੰਗ ਕਿਤੇ ਕਰ ਲਾਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਕਿੰਨੇ ਸੇਵਕ ਸਨ ਜੋ ਬੜੇ ਵੈਰਾਗ ਦੇ ਵਿੱਚ ਭਿੱਜੇ ਹੋਏ ਸਤਿਗੁਰਾਂ ਨੂੰ ਯਾਦ ਕਰ ਰਹੇ ਸਨ। ਜਿਹੜੇ ਸਿੱਖ ਪੂਰਨ ਆਏ ਤੀਰ ਪਰ ਹੀਰੇ। ਜਿੱਦਾਂ ਹੀ ਇਹ ਦਰਿਆ ਦੇ ਕਿਨਾਰੇ ਰਾਵੀ ਦੇ ਕੰਢੇ ਤੇ ਪਹੁੰਚਿਆ ਚੰਦੂ ਪਾਪੀ, ਪਰੇ ਚਾਦਰੇ ਤਾਨ ਵਡੇਰੇ। ਤੇ ਵੇਖਦਾ ਹੈ ਸਾਹਮਣੇ ਸਤਿਗੁਰੂ ਪਾਤਸ਼ਾਹ ਮਹਾਰਾਜ, ਉਹਨਾਂ ਦਾ ਪੰਜ ਭੌਤਿਕ ਸਰੀਰ, ਜਿੱਥੇ ਚਾਦਰ ਸਤਿਗੁਰਾਂ ਦੇ ਸਰੀਰ ਦੇ ਉੱਪਰ ਸਤਿਗੁਰਾਂ ਨੇ ਲਈ ਹੋਈ ਹੈ। ਬਹੁਤ ਦਿਨ ਭਏ ਨਾ ਸੁਪਤਨ ਦੀਨਾ। ਵਿਚਾਰ ਕਰਦਾ ਹੈ ਕਿ ਕਈ ਦਿਨ ਹੋ ਗਏ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਮੈਂ ਸੌਣ ਨਹੀਂ ਸੀ ਦਿੱਤਾ। ਵੇਖੇ ਅਵਸਰ ਕੋ ਨਿੰਦਰਾ ਲੀਨਾ। ਲੱਗਦਾ ਮੌਕਾ ਪਾ ਕੇ ਇਹ ਆਰਾਮ ਕਰ ਰਹੇ ਨੇ, ਨੀਂਦ ਆ ਗਈ ਹੈ। 5 ਦਿਨ ਤੇ ਇਹਨੇ ਸੌਣ ਨਹੀਂ ਸੀ ਦਿੱਤਾ ਸਤਿਗੁਰੂ ਪਾਤਸ਼ਾਹ ਨੂੰ, ਤੇ ਸੋਚਦਾ ਹੈ ਲੱਗਦਾ ਹੁਣ ਮੌਕਾ ਪਾ ਕੇ ਇਹ ਨੀਂਦ ਲੈ ਰਹੇ ਹਨ। ਅਬ ਸੁਧੋ ਭਾ ਮਾਨਤ ਨਾਤਾ। ਲੱਗੇ ਹੁਣ ਇਹ ਗੱਲ ਸਮਝ ਆਏਗੀ ਇਹਨਾਂ ਨੂੰ, ਹੁਣ ਮੇਰੀ ਗੱਲ ਮੰਨਣਗੇ ਤੇ ਮੇਰੀਆਂ ਸ਼ਰਤਾਂ ਪ੍ਰਵਾਨ ਕਰ ਲੈਣਗੇ। ਧਰਮ ਜਾਣ ਤੇ ਉਰ ਡਰ ਪਾਤਾ। ਲੱਗਦਾ ਇਹਨਾਂ ਦੇ ਮਨ ਵਿੱਚ ਆਪਣਾ ਧਰਮ ਜਾਣ ਦਾ ਡਰ ਪੈਦਾ ਹੋ ਗਿਆ ਹੈ। ਹੁਣ ਆਖਰਕਾਰ ਇਹ ਮੇਰੀ ਗੱਲ ਜ਼ਰੂਰ ਮੰਨ ਲੈਣਗੇ। ਨਿਕਟ ਗਇਓ ਨਰਲੇ ਸਮੁਦਾਇ। ਆਪਣੇ ਸਾਥੀ, ਆਪਣੇ ਹੋਰ ਸਿਪਾਹੀ ਜਿਹੜੇ ਸੀ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਗੁਰੂ ਸਾਹਿਬ ਦਾ ਪਾਵਨ ਸਰੀਰ ਹੈ, ਪਾਵਨ ਪੰਜ ਭੌਤਿਕ ਸਰੀਰ ਹੈ, ਉੱਥੇ ਪਹੁੰਚਿਆ ਹੈ। ਸੁਪਤ ਜਾਣ ਕਰ ਦੁਸ਼ਟ ਅਲਾਏ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਨੀਂਦ ਵਿੱਚ ਸੁੱਤਾ ਜਾਣ ਕੇ ਇਹ ਦੁਸ਼ਟ ਪਾਪੀ ਭੈੜੇ ਬੋਲ ਬੋਲਦਾ ਹੈ ਕਿਵੇਂ ਤੁਮਕੋ ਅਬ ਨਿੰਦਰਾ ਆਈ। ਕਿ ਕਿਵੇਂ ਹੁਣ ਤੁਹਾਨੂੰ ਇਹ ਨੀਂਦ ਆ ਗਈ ਹੈ। ਹੋਏ ਨਿਚਿੰਤ ਸੋਇਓ ਸੁਖ ਪਾਈ। ਬੇਫਿਕਰੇ ਹੋ ਕੇ ਸੁੱਖ ਨਾਲ ਤੁਸੀਂ ਇੱਥੇ ਸੁੱਤੇ ਹੋਏ ਹੋ। ਸੁਤਾ ਕੁਮਾਰੀ ਮੈਂ ਨਿਤ ਹੀਰੇ। ਮੇਰੀਆਂ ਗੱਲਾਂ ਤੁਸੀਂ ਮੰਨਦੇ ਨਹੀਂ ਪਏ ਹੋ। ਮੇਰੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਲੈਂਦੇ ਨਹੀਂ ਹੋ।
ਹੋ। ਜਹਾਂਗੀਰ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਸ਼ਰਤਾਂ ਤੁਸੀਂ ਮੰਨਦੇ ਨਹੀਂ ਹੋ। ਤਜੀ ਨੀਂਦ ਦਿਨ ਬਿਤੇ ਕਨੇਰੇ, ਮੇਰੀ ਨੀਂਦ ਜਿਹੜੀ ਹੈ ਉਹ ਕਿਤਨੇ ਦਿਨਾਂ ਦੀ ਗਵਾਚੀ ਹੋਈ ਹੈ। ਸਾਡੀ ਨੀਂਦ ਤਾਂ ਤੁਸੀਂ ਸਾਰੀ ਦੀ ਸਾਰੀ ਖੋਹ ਲਈ ਹੋਈ ਹੈ। ਸਾਨੂੰ ਨੀਂਦ ਨਹੀਂ ਆਉਂਦੀ ਤੇ ਤੁਸੀਂ ਆਰਾਮ ਨਾਲ ਸੁੱਤੇ ਹੋਏ ਸਭ ਹੋ। ਵਿਧੀਏ ਬੋਹਰੋਏ ਸੁਨਾਇਓ। ਇਹ ਤਾਂ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਇਹ ਬੋਲ ਪਾਪੀ ਕਹਿੰਦਾ ਹੈ, ਉਸ ਵਕਤ ਭਾਈ ਵਿਧੀ ਚੰਦ ਬਹਾਦਰ, ਵਿਧੀ ਚੰਦ ਛੀਨਾ ਕਹਿ ਕੇ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਨੇ ਬਾਅਦ ਚ ਮਾਣ ਬਖਸ਼ਿਆ, ਉਹ ਬਹਾਦਰ ਬਾਬਾ ਵਿਧੀ ਚੰਦ ਜੀ ਬੜੇ ਰੋਹ ਦੇ ਵਿੱਚ ਆ ਕੇ ਆਖਣ ਲੱਗੇ, ਦੁਸ਼ਟ ਪਾਤ ਕੀ ਪਾਪ ਕਮਾਇਓ। ਕਿ ਇਹ ਦੁਸ਼ਟਾ, ਇਹ ਪਾਪੀਆ, ਤੂੰ ਬਹੁਤ ਵੱਡਾ ਪਾਪੀਆ, ਪਾਪ ਕਮਾਇਆ ਹੈ। ਤੋ ਸਿਰ ਚੜੇ ਦੋਸ਼ ਵੱਢਦਾ ਕਾ। ਕਿ ਸਤਿਗੁਰੂ ਪਾਤਸ਼ਾਹ ਤੇਰੇ ਸਿਰ ਦੋਸ਼ ਦੇ ਕੇ ਚੜੇ ਹਨ। ਭਾਵ ਜਿਵੇਂ ਆਪਾਂ ਨੌਵੇਂ ਪਾਤਸ਼ਾਹ ਬਾਰੇ ਪੜ੍ਹਦੇ ਹਾਂ, ਠੀਕਰ ਫੋਰ ਦਿੱਲੀਸ ਸਿਰ, ਕਿ ਉਹਨਾਂ ਨੇ ਦਿੱਲੀ ਦੇ ਸਿਰ ਤੇ ਠੀਕਰਾ ਪੰਨਿਆ। ਇਦਾਂ ਕਹਿੰਦੇ ਤੇਰੇ ਸਿਰ ਤੇ ਗੁਰੂ ਸਾਹਿਬ ਮਹਾਰਾਜ ਨੇ ਵੱਡਾ ਦੋਸ਼ ਦੇ ਕੇ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਤੇਰੇ ਸਿਰ ਤੇ ਇਹ ਪਾਪ ਦਾ ਦੋਸ਼ ਮੜ ਗਏ ਹਨ। ਗਏ ਪਰਲੋਕ ਦੇਹ ਤਜ ਕਾ। ਇਸ ਤਰ੍ਹਾਂ ਸਤਿਗੁਰੂ ਜੀ ਦੇਹ ਦਾ ਤਿਆਗ ਕਰਕੇ ਜੋਤੀ ਜੋਤ ਸਮਾ ਗਏ ਹਨ। ਕਰ ਕੂਰੋ ਮਾਰੈ ਹਥਿਆਰੇ। ਤੂੰ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਝੂਠਾ ਹੈ, ਕੂੜਾ ਹੈ, ਇਹ ਹਥਿਆਰਾਂ ਹੈ, ਗੁਰੂ ਸਾਹਿਬ ਮਹਾਰਾਜ ਜੀ ਨਾਲ ਪਾਪ ਕਮਾਉਣ ਵਾਲਾ ਹੈ, ਤੇਰਾ ਬਹੁਤ ਭੈੜਾ ਅੰਤ ਹੋਵੇਗਾ। ਬਚੈ ਨਹੀਂ ਕਰ ਯਤਨ ਹਜ਼ਾਰੇ। ਹਜ਼ਾਰਾਂ ਯਤਨ ਕਰ ਲਾ, ਤੂੰ ਆਪਣੇ ਪਾਪਾਂ ਤੋਂ ਬਚ ਨਹੀਂ ਸਕੇਗਾ, ਤੇਰਾ ਬਚਾਅ ਨਹੀਂ ਹੋਏਗਾ। ਕੁਛ ਡਰਪਤ ਉਰ ਮੈਂ ਬਿਸਮਾਇਓ। ਇਦਾਂ ਨਿਡਰ ਹੋ ਕੇ ਰੋਹ ਦੇ ਵਿੱਚ ਆ ਕੇ ਜਦੋਂ ਭਾਈ ਵਿਧੀ ਚੰਦ ਜੀ ਨੇ ਇਹਨੂੰ ਸਖਤ ਬੋਲ ਬੋਲੇ ਹਨ ਨਾ, ਆਖਰਕਾਰ ਇਹਦੇ ਹਿਰਦੇ ਵਿੱਚ ਡਰ ਪੈਦਾ ਹੋਇਆ। ਬੜਾ ਹੈਰਾਨ ਹੋ ਕੇ ਕਿ ਇਹ ਇੰਨੇ ਗੁੱਸੇ ਰੋਸ ਵਿੱਚ ਸਿੱਖ ਕਿਵੇਂ ਕਹਿ ਸਕਦੇ ਹਨ ਮੈਨੂੰ। ਤਤ ਛਿਨ ਹਟ ਕਰ ਧਾਮ ਸੁਧਾਇਓ। ਸਿੱਖਾਂ ਦਾ ਰੋਹ ਵੇਖ ਕਰਕੇ, ਉਹਨਾਂ ਦਾ ਰੋਸ ਭਾਵ ਵੇਖ ਕਰਕੇ ਇੱਕੋ ਦਮ ਡਰਦਾ ਹੋਇਆ ਇਹ ਰਾਵੀ ਦਾ ਉਸ ਥਾਂ ਤੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੀ ਘਟਨਾ ਵੇਖ ਕੇ, ਖਬਰ ਵੇਖ ਕੇ ਤੁਰੰਤ ਆਪਣੇ ਘਰ ਨੂੰ ਭੱਜ ਕੇ ਆਉਂਦਾ ਹੈ। ਸਦਨ ਰੁਦਨ ਬੜ ਸੁਨਿਓ ਪੁਕਾਰਾ। ਪਰ ਹੈਰਾਨ ਕਿ ਘਰ ਦੇ ਵਿੱਚ ਅਜੇ ਵੜਿਆ ਨਹੀਂ ਤੇ ਘਰ ਦੇ ਵਿੱਚ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਉੱਚੀ ਉੱਚੀ, ਕਿ ਤੇ ਸਾਡੇ ਪਾਪਾਂ ਦਾ ਫਲ ਮਿਲ ਗਿਆ ਹੈ। ਇਸ ਤਰੀਕੇ ਨਾਲ ਸਾਡੇ ਪੁਕਾਰ ਰਹੇ ਹਨ। ਚਕਿਤ ਚਿਤ ਹੋਇਆ ਤਬਹਿ ਉਚਾਰਾ। ਕਹਿੰਦੇ ਘਰ ਦੇ ਵਿੱਚ ਜਦੋਂ ਪਹੁੰਚਿਆ ਹੈ, ਹੈਰਾਨ ਹੋ ਕੇ ਸਾਰੇ ਪਾਸੇ ਕਿ ਆਖਰਕਾਰ ਕਿਹੜੀ ਘਟਨਾ ਵਰਤ ਗਈ ਹੈ। ਕਿਆ ਹੋਇਓ ਕਿਉਂ ਕਰਹੁ ਬਿਰਲਾਪਾ। ਕੀ ਹੋ ਗਿਆ ਹੈ, ਕਿਉਂ ਵਿਰਲਾਪ ਕਰ ਰਹੇ ਹੋ, ਕਿਹੜੇ ਪਾਪਾਂ ਦਾ ਫਲ ਹੈ। ਕੌਣ ਗਜਬ ਗੁਜਰਿਓ ਫਲ ਪਾਪਾ। ਕਿਹੜਾ ਗੁਜ਼ਰ ਗਿਆ ਹੈ, ਕੌਣ ਚੜ੍ਹਾਈ ਕਰ ਗਿਆ, ਕਿਹੜੇ ਪਾਪਾਂ ਦੇ ਫਲ ਦੀ ਸਾਰੇ ਪਾਸੇ ਗੱਲ ਕਰ ਰਹੇ। ਕਿਉਂਕਿ ਇਹਦੇ ਘਰ ਦੇ ਵਿੱਚ ਵੀ ਸਾਰੇ ਜਦੋਂ ਰੌਲਾ ਪੈ ਰਿਹਾ ਹੈ, ਇਹ ਪਾਪਾਂ ਦਾ ਫਲ ਹੀ ਮਿਲਿਆ ਹੈ ਇਸ ਨੂੰ, ਇਹ ਸਾਨੂੰ ਪਾਪਾਂ ਦਾ ਫਲ ਮਿਲਿਆ, ਇਦਾਂ ਕਰਕੇ ਸਾਰੇ ਰੋ ਰਹੇ ਨੇ। ਇਹ ਘਰ ਪਹੁੰਚ ਕੇ ਹੈਰਾਨ ਹੋ ਕੇ ਪੁੱਛਦਾ, ਕੌਣ ਗੁਜ਼ਰ ਗਿਆ ਹੈ, ਕਿਹੜੇ ਪਾਪਾਂ ਦਾ ਫਲ ਮਿਲਿਆ ਹੈ। ਸੇਵਕ ਆਣ ਕਹਿਓ ਤਤਕਾਲਾ। ਚੰਦੂ ਦਾ ਇੱਕ ਸੇਵਕ ਆ ਕਰਕੇ ਚੰਦੂ ਨੂੰ ਉਸ ਵਕਤ ਸਾਰੀ ਖਬਰ ਦੱਸਦਾ ਹੈ। ਮੁਖਾ ਮ੍ਰਿਤੂ ਔਚਕ ਭਾ ਕਾਲਾ। ਕਿ ਅਚਾਨਕ ਹੀ ਤੁਹਾਡੀ ਜਿਹੜੀ ਨੂੰਹ ਹੈ ਉਹ ਅਸਲ ਦੇ ਵਿੱਚ ਚਲਾਣਾ ਕਰ ਗਈ, ਉਹਦੀ ਮੌਤ ਹੋ ਗਈ ਹੈ। ਇਦਾਂ ਕਰਕੇ ਉਹਨੇ ਖਬਰ ਦੱਸੀ ਹੈ। ਅਣਕ ਤਰਕ ਨਾ ਸੁਣਤ ਵਿਚਾਰੈ। ਇੰਨੀ ਗੱਲ ਸੁਣ ਕੇ ਹੈਰਾਨ ਹੋ ਕੇ ਮਨ ਵਿੱਚ ਕਈ ਪ੍ਰਕਾਰ ਦੀਆਂ ਵਿਚਾਰਾਂ ਚੰਦੂ ਪਾਪੀ ਦੇ ਆਉਂਦੀਆਂ ਹਨ। ਬਿਨਾ ਰੋਗ ਕਿ ਮਰੇ ਉਚਾਰੈ। ਸੋਚਦਾ ਹੈ ਉਹਨੂੰ ਕੋਈ ਰੋਗ ਤੇ ਨਹੀਂ ਸੀ, ਕੋਈ ਬਿਮਾਰ ਵੀ ਨਹੀਂ ਸੀ, ਬਿਨਾ ਰੋਗ ਬਿਨਾ ਬਿਮਾਰੀ ਤੇ ਉਹ ਕਿਵੇਂ ਮਰ ਸਕਦੀ ਹੈ। ਦੁਖੇ ਬਸੂਰਤ ਮੂਰਖ ਮਾਨੀ। ਮਾਨੀ ਮਨ ਵਿੱਚ ਇਹ ਹੰਕਾਰੀ ਮੂਰਖ ਇਸ ਘਟਨਾ ਕਰਕੇ ਬੜਾ ਦੁਖੀ ਹੋ ਰਿਹਾ ਹੈ। ਮਨੋ ਕਸ਼ਟ ਕੀ ਉਪਜ ਨਿਸ਼ਾਨੀ। ਤੇ ਮਨ ਵਿੱਚ ਸੋਚਦਾ ਹੈ, ਲੱਗਦਾ ਇਹ ਜਿਹੜੇ ਕਸ਼ਟਾਂ ਦੀ ਨਿਸ਼ਾਨੀ ਹੈ ਤੇ ਮੇਰੇ ਕਸ਼ਟਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਮ੍ਰਿਤਕ ਕਿਰਿਆ ਕਰ ਬਾਬਤ ਭਹੇ। ਆਖਰਕਾਰ ਇਹਦਾ ਹੁਣ ਧਿਆਨ ਇਸ ਆਪਣੇ ਘਰ ਦੇ ਵਿੱਚ ਘਟੀ ਘਟਨਾ ਵਾਲੇ ਪਾਸੇ ਚਲੇ ਗਿਆ। ਉੱਥੇ ਮ੍ਰਿਤਕ ਕਿਰਿਆ ਕਰਨ ਕਰਾਉਣ ਵਾਲੇ ਪਾਸੇ ਇਹ ਰੁੱਝ ਗਿਆ। ਜਾਰਨ ਨਦੀ ਤੀਰ ਲੈ ਗਏ। ਇੱਧਰ ਇਹਨੇ ਇਹ ਕਿਰਿਆਵਾਂ ਕਰਦਾ ਏ ਜਿਵੇਂ ਅੰਤਮ ਸੰਸਕਾਰ ਨਦੀ ਦੇ ਕਿਨਾਰੇ ਆਦਿਕ ਕਰਨਾ। ਚੰਦੂ ਪਾਪੀ ਇਸ ਕਿਰਿਆ ਦੇ ਵਿੱਚ ਲੱਗਾ ਹੋਇਆ ਸੀ। ਉਦ ਸਤਿਗੁਰ ਕੇ ਸੁਧ ਬਿਦਤਾਏ। ਉਧਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ ਜਿਹੜੀ ਖਬਰ ਸੀ ਸਾਰੇ ਪਾਸੇ ਹੌਲੀ ਹੌਲੀ ਪ੍ਰਗਟ ਹੋਣ ਲੱਗ ਪਈ। ਪਰਿਓ ਰੌਰਪੁਰ ਨਰ ਸਮੁਦਾਈ। ਲਾਹੌਰ ਨਗਰ ਦੇ ਵਿੱਚ ਸਾਰੇ ਪਾਸੇ ਹੌਲੀ ਹੌਲੀ ਖਬਰ ਮਾਂ ਕਵੀ ਜੀ ਕਹਿੰਦੇ ਫੈਲ ਗਈ ਹੈ। ਗ੍ਰਹ ਚੰਦੂ ਕੇ ਗੁਰਤਜ ਵਿਦੇਹ। ਲੋਕ ਗੱਲਾਂ ਕਰਦੇ ਨੇ ਕਿ ਚੰਦੂ ਪਾਪੀ ਦੇ ਘਰ ਦੇ ਵਿੱਚ, ਉਹਦੀ ਹਵੇਲੀ ਵਿੱਚ, ਜਿੱਥੇ ਉਹਨੇ ਸਤਿਗੁਰਾਂ ਨੂੰ ਆਪਣੇ ਨਜ਼ਰਬੰਦ ਕੀਤਾ ਸੀ,
ਉੱਥੇ ਸਤਿਗੁਰਾਂ ਨੇ ਆਪਣਾ ਸਰੀਰ ਛੱਡ ਦਿੱਤਾ ਹੈ। ਸੁਣ ਸੁਣ ਸਿੱਖ ਨਿਗਸੇ ਤਜ ਗ੍ਰੇਹ। ਇਹ ਖਬਰ ਜਿਵੇਂ ਲਾਹੌਰ ਦੀ ਸਿੱਖ ਸੰਗਤ ਨੂੰ ਪਤਾ ਲੱਗਦੀ ਹੈ, ਸਾਰੇ ਆਪਣੇ ਆਪਣੇ ਘਰ ਛੱਡ ਕੇ ਇਧਰਲੇ ਪਾਸੇ ਜਿੱਥੇ ਸਤਿਗੁਰਾਂ ਦੀ ਖਬਰ ਸੀ ਉਧਰ ਨੂੰ ਭੱਜ ਭੱਜ ਕੇ ਆਉਂਦੇ ਹਨ। ਨਦੀ ਤੀਰ ਸ੍ਰੀ ਗੁਰ ਆਬਿਆਹ। ਖਬਰ ਮਿਲੀ ਹੈ ਕਿ ਸਤਿਗੁਰੂ ਜੀ ਰਾਵੀ ਦੇ ਕਿਨਾਰੇ ਤੇ ਹਨ। ਤਾਏ ਤਾਹੇ ਮਾਨਵ ਗਣ ਲਹ। ਸਾਰੀ ਮਨੁੱਖ ਜਿਹੜੇ ਪਿਆਰ ਕਰਨ ਵਾਲੇ ਗੁਰੂ ਸਾਹਿਬ ਨੂੰ ਉਹ ਦੌੜ ਦੌੜ ਕੇ ਰਾਵੀ ਦੇ ਕਿਨਾਰੇ ਤੇ ਆਉਂਦੇ ਹਨ। ਤਜ ਤਜ ਕਾਜ ਬਣਕ ਵਿਵਹਾਰ। ਜਿਹੜੇ ਵੀ ਆਪਣੇ ਕਾਰ ਵਿਵਹਾਰ ਆਦਿਕ ਸੀ ਉਹ ਸਾਰੇ ਦੇ ਸਾਰੇ ਇਹਨਾਂ ਨੇ ਉੱਥੇ ਹੀ ਛੱਡ ਦਿੱਤੇ ਹਨ। ਆਵਹ ਲਾਰ ਪਰੇ ਨਰ ਨਾਰ। ਇਸ ਤਰ੍ਹਾਂ ਬਹੁਤ ਸਾਰੇ ਇਸਤਰੀ ਪੁਰਸ਼ ਜਿਹੜੇ ਆਏ ਨੇ, ਲੰਮੀਆਂ ਪੰਗਤਾਂ ਲੱਗੀਆਂ ਨੇ ਸਤਿਗੁਰਾਂ ਦੇ ਦਰਸ਼ਨ ਵਾਸਤੇ। ਭਈ ਭੀਰ ਕੁਛ ਗਿਣੀ ਨਾ ਜਾਏ। ਕਵੀ ਜੀ ਕਹਿੰਦੇ ਏਡੀ ਗਿਣਤੀ ਸੀ ਜਿਹੜੀ ਗਿਣੀ ਨਹੀਂ ਜਾ ਸਕਦੀ, ਇੰਨੀ ਸੰਗਤ ਜਿਹੜੀ ਸੀ ਆਈ ਹੈ। ਕਿਤਕ ਸਮਗਰੀ ਲੈ ਕਰ ਆਏ। ਕਈ ਪ੍ਰਕਾਰ ਦੀ ਸਮੱਗਰੀ ਕਈ ਲੈ ਕੇ ਸਤਿਗੁਰਾਂ ਦੇ ਸਤਿਕਾਰ ਵਾਸਤੇ ਉੱਥੇ ਆਉਂਦੇ ਹਨ। ਅਤਰ ਫੂਲ ਅੰਬੀਰ ਗੁਲਾਲ। ਅਤਰ ਫੁੱਲ ਕੇਸਰ ਗੁਲਾਲ ਆਦਿਕ ਲੈ ਕੇ ਆਏ ਹਨ। ਬਰਖਾਵਤ ਹੋਈ ਧਰ ਲਾਲ। ਕਹਿੰਦੇ ਇਸ ਤਰ੍ਹਾਂ ਬਰਖਾ ਕਰਦਿਆਂ ਇਹ ਧਰਤੀ ਲਾਲ ਹੋ ਗਈ ਹੈ। ਹਾਲਾਂਕਿ ਇਹ ਉਸ ਵਕਤ ਕਵੀ ਜੀ ਨੇ ਇਹ ਭਾਵ ਸੰਗਤ ਦੇ ਪ੍ਰੇਮ ਦੀ ਗੱਲ ਬਿਆਨ ਕੀਤੀ ਹੈ। ਨਦੀ ਤੀਰ ਥਿਰ ਸਿੱਖ ਚਲ ਆਏ। ਨਦੀ ਦੇ ਕਿਨਾਰੇ ਤੇ ਇਸ ਤਰ੍ਹਾਂ ਬਹੁਤ ਸਾਰੇ ਸਿੱਖ ਚੱਲ ਕੇ ਜਦੋਂ ਪਹੁੰਚੇ ਹਨ, ਵਿਧੀ ਚੰਦ ਆਦਿਕ ਦਰਸਾਏ। ਤੇ ਬਾਬਾ ਵਿਧੀ ਚੰਦ ਜੀ ਆਦਿਕ ਸਿੱਖਾਂ ਨੂੰ ਮਿਲ ਕੇ ਜਦੋਂ ਉਹਨਾਂ ਸਿੱਖਾਂ ਨੇ ਦਰਸ਼ਨ ਕੀਤੇ ਕਿ ਇਹ ਸਿੱਖ ਨਾਲ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ। ਬੂਝੀ ਸਰਬ ਵਾਰਤਾ ਗੁਰ ਕੇ। ਭਾਈ ਵਿਧੀ ਚੰਦ ਆਦਿਕ ਸਿੱਖਾਂ ਨੂੰ ਮਿਲ ਕੇ ਸਾਰੀ ਵਾਰਤਾ ਉਹ ਲਾਹੌਰ ਦੇ ਸਿੱਖ ਪੁੱਛਦੇ ਹਨ। ਸਭ ਸੋ ਕਹੀ ਕਹੀ ਜਿਵੇਂ ਉਰ ਕੇ। ਕਿ ਕਿਵੇਂ ਇਹ ਘਟਨਾ ਵਰਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਕੀ ਭਾਣਾ ਵਰਤਿਆ। ਉੱਥੇ ਫਿਰ ਜਿਵੇਂ ਜਿਵੇਂ ਘਟਨਾ ਵਰਤੀ ਹੈ, ਭਾਈ ਵਿਧੀ ਚੰਦ, ਭਾਈ ਜੇਠਾ ਆਦਿਕ ਸਿੱਖ ਜਿਹੜੇ ਨੇ ਸਾਰੀ ਵਾਰਤਾ ਦੱਸਦੇ ਹਨ। ਨਦੀ ਦੇਹ ਕੋ ਦਾਹ ਉਚਾਰਾ। ਸਾਰੀ ਗੱਲਬਾਤ ਦੱਸ ਕੇ ਕਹਿੰਦੇ ਨੇ ਕਿ ਸਤਿਗੁਰਾਂ ਨੇ ਸਰੀਰ ਨੂੰ ਅਗਨ ਭੇਟ ਕਰਨ, ਦਾਹ ਕਰਨ ਤੋਂ ਇਨਕਾਰ ਕੀਤਾ ਹੈ। ਰੋਹ ਪ੍ਰਵਾਹਨ ਬਾਰ ਮਝਾਰਾ। ਤੇ ਇਹ ਵਚਨ ਸਤਿਗੁਰਾਂ ਨੇ ਕਿਹਾ ਹੈ ਕਿ ਪਾਣੀ ਦੇ ਵਿੱਚ ਇਹ ਸਰੀਰ ਦਾ ਪ੍ਰਵਾਹ ਕਰਨਾ ਹੈ। ਮੇਰੂ ਦਰਸ਼ਨ ਇਹ ਦਰਿਆਉ। ਕਿ ਦਰਿਆ ਰਾਵੀ ਹੀ ਹੁਣ ਸਾਡੇ ਦਰਸ਼ਨ ਹੋਣਗੇ, ਭਾਵ ਪੰਜ ਤੱਤਾਂ ਕਰਕੇ ਅਸੀਂ ਇਹਦੇ ਵਿੱਚ ਹੀ ਸਮਾ ਜਾਵਾਂਗੇ। ਉੱਤਰ ਕੋ ਸਿਰ ਦਛਣ ਪਾਓ। ਉੱਤਰ ਵਾਲੇ ਪਾਸੇ ਸਿਰ, ਦੱਖਣ ਨੂੰ ਪੈਰ ਹੋਣਗੇ। ਸੁਣ ਸਿੱਖ ਸਦਨ ਸਦਨ ਰੁਦਨਾਏ। ਇਸ ਤਰ੍ਹਾਂ ਸਾਰੇ ਸਿੱਖ ਜਿਹੜੇ ਸੀ, ਸਾਰੇ ਜਿੰਨੇ ਉਸ ਸਾਰੀ ਅਵਸਥਾ ਤੋਂ ਘਰਾਂ ਚੋਂ ਜਿਹੜੇ ਚੱਲ ਕੇ ਆਏ, ਸਾਰਿਆਂ ਦੇ ਅੰਦਰ ਵੈਰਾਗ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਸੁਣ ਕੇ। ਦੌਰ ਦੌਰ ਮਿਲ ਕੇ ਸਮੁਦਾਏ। ਦੌੜ ਦੌੜ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕੇ ਆਉਂਦੇ ਹਨ। ਵਾਹਿਗੁਰੂ ਸਭ ਬਦਨ ਕਹੰਤੇ। ਸਾਰੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਇਹ ਜਾਪ ਕਰਦੇ ਹਨ। ਇਕੱਠੇ ਭਏ ਅਦਕ ਦੁਖਵੰਤੇ। ਇਕੱਠੇ ਹੋ ਗਏ ਨੇ, ਇਹਨਾਂ ਦਾ ਦੁੱਖ ਬੜਾ ਭਿਆਨਕ, ਸਤਿਗੁਰੂ ਪਾਤਸ਼ਾਹ ਦਾ ਇਹ ਵਿਛੋੜਾ ਇਹ ਮਨ ਕਰਕੇ ਬੜੇ ਵਿਰਾਗ ਦੇ ਵਿੱਚ ਬੜਾ ਕਸ਼ਟ ਦਾ ਅਹਿਸਾਸ ਕਰ ਰਹੇ ਹਨ। ਤਤ ਛਿਣ ਸੁੰਦਰ ਰਚੇ ਬਿਮਾਨਾ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਕਹੇ ਅਨੁਸਾਰ ਕਵੀ ਜੀ ਕਹਿੰਦੇ ਇੱਕ ਵਿਮਾਨ ਤਿਆਰ ਕੀਤਾ ਜਿਸ ਤੇ ਸਰੀਰ ਨੂੰ ਲੈ ਕਰਕੇ ਜਾਣਾ ਹੈ। ਸਿੱਖਣ ਖਰਚਿਓ ਦਰਬ ਮਹਾਨਾ। ਸਿੱਖਾਂ ਨੇ ਵੱਡਾ ਖਰਚ ਤਿਆਰ ਕੀਤਾ ਸੀ ਉਸ ਵਿਮਾਨ ਨੂੰ ਤਿਆਰ ਕਰਨ ਵਾਸਤੇ। ਸਤਿਗੁਰ ਸੇਵ ਜੇ ਹੋਏ ਇਸ ਸਮੇਂ। ਉਹਨਾਂ ਦੀ ਭਾਵਨਾ ਜਿਹੜੀ ਵੀ ਸੇਵਾ ਸਤਿਗੁਰਾਂ ਦੀ ਇਸ ਸਮੇਂ ਕੀਤੀ ਜਾਵੇ, ਬੜੇ ਭਾਗ ਤੇ ਪ੍ਰਾਪਤ ਹਮੈ। ਵੱਡੇ ਭਾਗ ਸਾਨੂੰ ਪ੍ਰਾਪਤ ਹੋਣਗੇ। ਇਹ ਵੱਡੇ ਭਾਗਾਂ ਨਾਲ ਹੀ ਗੁਰੂ ਕੀ ਸੇਵਾ ਮਿਲਦੀ ਹੈ। ਇਸ ਤਰ੍ਹਾਂ ਦੀ ਭਾਵਨਾ ਸੀ ਸਿੱਖਾਂ ਦੀ। ਫਲ ਅਤੋਟ ਹੈ ਕੌਣ ਸੋ ਜਾਣੈ। ਗੁਰੂ ਦੀ ਸੇਵਾ ਵਿੱਚੋਂ ਤੇ ਅਤੁੱਟ ਫਲ ਮਿਲਦੇ ਨੇ, ਕੌਣ ਜਾਣੇ ਕਿਹੜੀਆਂ ਬਖਸ਼ਿਸ਼ਾਂ ਗੁਰੂ ਕੋਲੋਂ ਮਿਲ ਜਾਣ। ਇਸ ਤਰ੍ਹਾਂ ਸਿੱਖਾਂ ਦੀ ਭਾਵਨਾ ਹੈ। ਮਿਲਹਿ ਪਰਸਪਰ ਏਵ ਬਖਾਨੈ। ਆਪਸ ਵਿੱਚ ਗੱਲਾਂ ਬਾਤਾਂ ਕਰਦਿਆਂ ਸਤਿਗੁਰੂ ਦੀ ਸੇਵਾ ਕਰਨ ਦੀ ਸਾਰੇ ਆਪਸ ਵਿੱਚ ਸਲਾਹਾਂ ਕਰਦੇ ਹਨ। ਜਰੀ ਬਾਦਲਾ ਰੇਸ਼ਮ ਚੀਰ। ਇਸ ਤਰ੍ਹਾਂ ਸੁੰਦਰ ਜਿਹੜੇ ਬਹੁਤ ਸੁੰਦਰ ਵਸਤਰ ਜਿਹੜੇ ਸੀ ਰੇਸ਼ਮ ਆਦਿਕ ਦੇ, ਪਰਹਿੰ ਦੁਸ਼ਾਲੀ ਮੋਲ ਗਹੀਰ। ਬਹੁਤ ਮੁੱਲ ਦੇ ਦੁਸ਼ਾਲੇ ਆਦਿਕ ਜੋ ਵੀ ਉਹਨਾਂ ਕੋਲ ਕੀਮਤੀ ਵਸਤਰ ਸਨ। ਸੇਤ ਬਸਤਰ ਮਸ਼ਰੂ ਬਿਦ ਘਣੇ। ਇਸ ਤਰ੍ਹਾਂ ਰੇਸ਼ਮ ਦੇ ਸੂਤ ਦਾ ਬਹੁਤ
ਬਰੀਕ ਵਸਤਰਾਂ ਦਾ ਤਿਆਰ ਕੀਤਾ ਹੋਇਆ ਰੇਸ਼ਮ ਦਾ ਬਰੀਕ ਵਸਤਰ ਵੀ ਜਿਹੜਾ ਸੀ ਉਪਰ ਪਾਏ ਸ਼ੋਕ ਮਨ ਸੁਨੇ। ਬੜੇ ਬੈਰਾਗੀ ਹਿਰਦੇ ਨਾਲ ਸਤਿਗੁਰ ਪਾਤਸ਼ਾਹ ਜੀ ਦੇ ਪੰਜ ਭੌਤਿਕ ਸਰੀਰ ਦੇ ਉੱਪਰ ਇਹ ਸਾਰੇ ਵਸਤਰ ਪਾਏ ਹਨ। ਸੰਖ ਬ੍ਰਿੰਦ ਕਾ ਭਰ ਫੂਕ ਬਜਾਏ। ਫੂਕਾਂ ਮਾਰ ਮਾਰ ਕੇ ਸੰਖ ਵਜਾਉਂਦੇ ਹਨ। ਸਿਰ ਗੁਰ ਕੀ ਜੈ ਊਚ ਸੁਨਾਏ। ਸਤਿਗੁਰ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੇ ਹਨ। ਚਾਮਰ ਚਾਰ ਚਾਰ ਦਿਸ ਫੇਰੇ। ਸੁੰਦਰ ਚਵਰ ਲਿਆ ਕੇ ਸਤਿਗੁਰ ਪਾਤਸ਼ਾਹ ਜੀ ਦੇ ਉੱਪਰ ਚਵਰ ਕਰਦੇ ਹਨ। ਫੂਲ ਮਾਲ ਲਰਕਾਏ ਕਨੇਰੇ। ਸੋਹਣੇ ਫੁੱਲ ਆਦਿਕ ਲਿਆ ਕਰਕੇ ਬਿਵਾਨ ਦੇ ਨਾਲ ਲਾਉਂਦੇ ਹਨ। ਚੰਦਨ ਚਰਚਾ ਧੂਪ ਤੁਖਾਵੈ। ਚੰਦਨ ਆਦਿਕ ਧੂਪ ਆਦਿਕ ਸੁਗੰਧਤ ਚੀਜ਼ਾਂ ਵੀ ਇਹਨਾਂ ਵਰਤੀਆਂ। ਕਰ ਜੋਰੈ ਉਰ ਪ੍ਰੇਮ ਵਧਾਵੈ। ਹੱਥ ਜੋੜ ਕੇ ਜਿਨ੍ਹਾਂ ਦੇ ਹਿਰਦੇ ਅੰਦਰ ਬੜਾ ਪ੍ਰੇਮ ਹੈ ਸਤਿਗੁਰਾਂ ਦਾ ਆਪਣੇ ਵੱਲੋਂ ਸਤਿਕਾਰ ਕਰਦੇ ਹਨ। ਸੁਨੈ ਸੁਨੈ ਚੰਦੂ ਖਲ ਨਿੰਦੈ। ਜਿੱਥੇ ਹੌਲੀ ਹੌਲੀ ਜਿੱਥੇ ਜਿਹੜੇ ਜਿਹੜੇ ਚੱਲ ਕੇ ਆਉਂਦੇ ਨੇ ਨਾਲ ਚੰਦੂ ਪਾਪੀ ਨੂੰ ਨਿੰਦਦੇ ਵੀ ਹਨ। ਗੁਰ ਹਤਿਆਰਾ ਦੋਖੀ ਬਿੰਦੈ। ਇਹ ਸਾਰੇ ਕਹਿੰਦੇ ਨੇ ਵੱਡਾ ਪਾਪੀ ਹੈ, ਗੁਰੂ ਕਾ ਹਤਿਆਰਾ ਹੈ, ਗੁਰੂ ਨਾਲ ਪਾਪ ਧਰੋ ਕਮਾਉਣ ਵਾਲਾ, ਇਸ ਤਰ੍ਹਾਂ ਕਰਕੇ ਬੋਲ ਬਚਨ ਕਰਦੇ ਹਨ। ਦਰਬ ਗੁਰੂ ਪਰ ਅਗਰ ਬਗਾਵੈ। ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਬਹੁਤ ਸਾਰਾ ਧਨ ਜਿਹੜਾ ਹੈ ਅਰਪਣ ਕਰਦੇ ਹਨ। ਲੋਕ ਹਜ਼ਾਰੋ ਬੀਨਤ ਜਾਵੈ। ਜਿਹੜੇ ਸਿੱਖ ਸੰਗਤਾਂ ਆਪਣੇ ਵੱਲੋਂ ਸੇਵਾ ਕਰਦੀਆਂ ਨੇ ਕਿ ਸਿੱਖਾਂ ਵਿੱਚ ਹੀ ਗੁਰੂ ਪਰਮੇਸ਼ਰ ਦਾ ਵਾਸ ਹੈ। ਲੋਕ ਜਿਹੜੇ ਗਰੀਬ ਆਦਿਕ ਨੇ ਉਹਨਾਂ ਨੂੰ ਧਨ ਇਸ ਤਰ੍ਹਾਂ ਵੰਡਿਆ ਜਾਂਦਾ ਹੈ। ਕੇਤਕ ਜਪਜੀ ਪਾਠ ਕਰਨ ਤੇ। ਬੜੇ ਪਿਆਰ ਨਾਲ ਸਿੱਖ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉੱਥੇ। ਕੇਤਕ ਗੁਰੂ ਗੁਰੂ ਸਿਮਰਨ ਤੇ। ਜਿਨ੍ਹਾਂ ਨੂੰ ਬਾਣੀ ਕੰਠ ਹੈ ਉਹ ਬਾਣੀ ਪੜ੍ਹ ਰਹੇ ਨੇ। ਕਈ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਕਰਕੇ ਜਪ ਰਹੇ ਹਨ। ਕੇਤਕ ਸਵਾਸ ਲੈ ਸ਼ੋਕ ਵਧਾਵੈ। ਪਰ ਜਿੱਥੇ ਕਈ ਪਿਆਰ ਨਾਲ ਗੁਰੂ ਸਾਹਿਬ ਦੇ ਉਪਕਾਰ ਚੇਤੇ ਕਰਦੇ ਨੇ, ਸਤਿਗੁਰਾਂ ਦੀ ਯਾਦ ਆਉਂਦੀ ਹੈ, ਤਿਵੇਂ ਤਿਵੇਂ ਇਹ ਠੰਡੇ ਹੌਕੇ ਭਰ ਕੇ ਮਨ ਉਹਨਾਂ ਦਾ ਵੈਰਾਗੀ ਹੋ ਜਾਂਦਾ ਹੈ। ਕੇਤਕ ਸਰਾਹੈ ਸੀਲ ਸੁਹਾਵੈ। ਤੇ ਕਈ ਸਿੱਖ ਚਰਚਾ ਕਰਦੇ ਨੇ ਸਤਿਗੁਰਾਂ ਦੇ ਸੁੰਦਰ ਗੁਣਾਂ ਦੀ। ਬਹੁਤ ਪਰਉਪਕਾਰੀ ਸਤਿਗੁਰ ਪਾਤਸ਼ਾਹ ਦਾ ਸਰੂਪ ਸੀ, ਪਰਉਪਕਾਰ ਦਾ ਰੂਪ ਸੀ। ਸਤਿਗੁਰ ਪਾਤਸ਼ਾਹ ਦੇ ਵੱਡੇ ਪਰਉਪਕਾਰ ਸਾਰੇ ਚੇਤੇ ਕਰਦੇ ਹਨ। ਕੇਤਕ ਨਿਕਾਰਤ ਖਲਕੋ ਗਾਰੀ। ਕਈ ਇਹੋ ਜਿਹੇ ਨੇ ਜਿਹੜੇ ਮੂਰਖ ਚੰਦੂ ਪਾਪੀ ਨੂੰ ਬੜੇ ਗੁੱਸੇ ਦੇ ਭਰੇ ਹੋਏ ਬੋਲ ਵੀ ਬੋਲਦੇ ਹਨ। ਤੁਰਕ ਰਾਜ ਕੀ ਜਰਾਂ ਉਖਾਰੀ। ਇਸ ਤਰੀਕੇ ਦੇ ਨਾਲ ਮੁਖੋਂ ਬੋਲ ਬੋਲ ਕੇ ਕਹਿੰਦੇ ਨੇ ਤੁਰਕ ਰਾਜ ਦੀ ਜੜਾ ਮੰਨ ਲਓ ਹੁਣ ਉਖੜ ਗਈ ਹੈ, ਜਿਹੋ ਜਿਹਾ ਇਹਨਾਂ ਤੁਰਕਾਂ ਨੇ ਪਾਪ ਕਮਾਇਆ ਹੈ। ਇਹ ਰਾਵੀ ਕੇ ਗਏ ਪ੍ਰਵਾਹੂ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ, ਪਾਵਨ ਸਰੀਰ ਨੂੰ ਰਾਵੀ ਦਰਿਆਵਾ ਦੇ ਪ੍ਰਵਾਹ ਵਾਲੇ ਪਾਸੇ ਲੈ ਕੇ ਗਏ ਹਨ। ਜਹ ਜਲ ਚਲਤ ਕਲਤ ਬਲ ਮਾਹੂ। ਜਿਸ ਸਥਾਨ ਤੇ ਪਾਣੀ ਦਾ ਵੱਡੇ ਤੇਜ਼ ਬਲ ਨਾਲ ਪ੍ਰਵਾਹ ਚੱਲਦਾ ਸੀ, ਪੂਰੇ ਜ਼ੋਰ ਨਾਲ ਜਿੱਥੇ ਪ੍ਰਵਾਹ ਚੱਲਦਾ ਸੀ ਦਰਿਆ ਅੰਦਰ, ਦੁਦੀਆ ਜੇਠਾ ਲੰਗਾਹ ਪਿਰਾਣਾ। ਭਾਈ ਜੇਠਾ, ਭਾਈ ਵਿਧੀ ਚੰਦ, ਭਾਈ ਲੰਗਾ, ਭਾਈ ਪਿਰਾਣਾ ਜੀ ਆਦਿਕ ਪੰਜੇ ਸਿੱਖ, ਇਨ ਸਮਝ ਸਿਵਿਦਅੰਤ ਵਖਾਣਾ। ਇਹ ਸਾਰੇ ਸਿੱਖ ਜਿਨ੍ਹਾਂ ਨੇ ਅਖੀਰਲੇ ਸਮੇਂ ਵਿੱਚ ਸਤਿਗੁਰਾਂ ਦੇ ਦਰਸ਼ਨ ਵੀ ਕੀਤੇ ਤੇ ਜੋ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਰੀਰਕ ਚੋਲਾ ਤਿਆਗਣ ਲੱਗਿਆ ਜਿਹੜੇ ਬਚਨ ਇਹਨਾਂ ਸਿੱਖਾਂ ਨਾਲ ਕਹੇ ਸਨ, ਇਸ ਵਿਦ ਕਰਤ ਬੇਗ ਮਹਿੰਗਈ। ਉਸੇ ਤਰੀਕੇ ਨਾਲ ਕਰਦੇ ਹੋਏ ਇਹ ਦਰਿਆ ਦੇ ਵਹਾਅ ਵਾਲੇ ਪਾਸੇ ਨੂੰ ਅੱਗੇ ਵੱਧ ਗਏ ਹਨ। ਕੰਦ ਵਿਮਾਨ ਉਤਾਰਤ ਭਏ। ਮੋਢੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਦਾ ਵਿਮਾਨ ਚੱਕਿਆ ਹੋਇਆ ਹੈ ਤੇ ਉਹਨੂੰ ਉਸ ਪ੍ਰਵਾਹ ਦੇ ਵਿੱਚ ਜਾ ਕਰਕੇ ਇਹਨਾਂ ਰਾਵੀ ਦਰਿਆ ਦੇ ਵਿੱਚ ਉਤਾਰਾ ਕੀਤਾ ਹੈ। ਜਲ ਮੈਂ ਸਥਿਤ ਜਬ ਕਰ ਦੀਨਾ। ਜਦੋਂ ਇਹਨਾਂ ਨੇ ਜਲ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪੰਜ ਭੌਤਿਕ ਸਰੀਰ ਜਿਹੜਾ ਹੈ ਇਹ ਪ੍ਰਵਾਹ ਕੀਤਾ, ਜਲਪਤ ਬਰਨ ਆਏ ਤਬ ਲੀਨਾ। ਮਾਨੋ ਦੇਵਤੇ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਸਵਾਗਤ ਕਰਨ ਵਾਸਤੇ ਜਲ ਦੇਵਤਾ ਵੀ ਆ ਕੇ ਸਵਾਗਤ ਕਰ ਰਿਹਾ ਹੋਵੇ। ਇਦਾਂ ਸਤਿਗੁਰੂ ਪਾਤਸ਼ਾਹ ਦਾ ਸਾਰੇ ਜਗਤ ਵਿੱਚ ਜਿਨ੍ਹਾਂ ਦਾ ਜਸ ਹੈ, ਸਾਰੀ ਕੁਦਰਤ ਤੇ ਉਹਨਾਂ ਦਾ ਮਾਣ ਕਰਨ ਵਾਲੀ ਹੈ। ਪਾਣੀ ਵੀ ਉਹਨਾਂ ਦੇ ਹੁਕਮ ਵਿੱਚ ਹੈ, ਹਵਾ ਵੀ ਉਹਨਾਂ ਦੇ ਹੁਕਮ ਵਿੱਚ ਹੈ। ਇਸ ਕਰਕੇ ਉਹ ਵੀ ਗੁਰੂ ਸਾਹਿਬ ਦਾ ਮਾਨੋ ਜਲ ਵੀ ਸਤਿਕਾਰ ਕਰਦਾ ਹੈ। ਸਭ ਵਿਦ ਸੋ ਪੂਜਨ ਕਰ ਆਛੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਸਨਮਾਨ ਮਾਣ ਕਰਕੇ ਜਿਹੜੀ ਗੁਰਮਰਿਆਦਾ ਸੀ, ਜਲ ਸਰੂਪ ਕਰ ਦੀਨ ਸਪਾਛੇ। ਸਤਿਗੁਰੂ ਪਾਤਸ਼ਾਹ ਜੀ ਦੇ ਪੰਜ ਤੱਤਾਂ ਦੇ ਸਰੀਰ ਨੂੰ ਜਲ ਵਿੱਚ ਪ੍ਰਵਾਹ ਕੀਤਾ। ਕਵੀ ਜੀ ਲਿਖਦੇ ਹਨ, ਨਿਕਸੇ ਸਿਕਸਲਤਾ ਤੇ ਬਾਹਰ। ਤੇ ਸਿੱਖ ਜਿਹੜੇ ਨੇ ਉਸ ਦਰਿਆ ਦੇ ਵਿੱਚੋਂ ਜਦੋਂ ਬਾਹਰ ਆਉਂਦੇ ਹਨ, ਸਿੱਖ ਸੈਂਕੜੇ ਹੀਰ ਹਜ਼ਾਰ। ਸੈਂਕੜੇ ਸਿੱਖ ਉੱਥੇ ਜਿਹੜਾ ਸਾਰਾ
ਸਾਰਾ ਕੁਝ ਇਹ ਕਾਰਜ ਵੇਖ ਰਹੇ ਸਨ। ਨਹੀਂ ਬਹੁਰ ਕੁਛ ਦਈ ਦਿਖਾਈ। ਪਰ ਵੇਂਦਿਆਂ ਵੇਂਦਿਆਂ ਸਤਿਗੁਰ ਪਾਤਸ਼ਾਹ ਜੀ ਦਾ ਪੰਜ ਭੌਤਿਕ ਸਰੀਰ ਦਰਿਆ ਦੇ ਅੰਦਰ ਅਲੋਪ ਹੋ ਗਿਆ, ਕਿਸੇ ਨੂੰ ਦਿਖਿਆ ਵੀ ਨਹੀਂ ਹੈ। ਜਲ ਸਰੂਪ ਤਨ ਹੋਇਆ ਸੁਖਦਾਈ। ਉਹ ਸਤਿਗੁਰ ਪਾਤਸ਼ਾਹ ਜਿਉਂ ਜਲ ਮੈਂ ਜਲ ਆਏ ਖਟਾਨਾ, ਉਹ ਇਵੇਂ ਜਿਵੇਂ ਜਲ ਸਰੂਪ ਹੀ ਹੋ ਗਏ ਹੋਣ। ਰਗਬਰ ਰਾਮਚੰਦ ਮਾਨਿੰਦੇ। ਕਵੀ ਜੀ ਉਦਾਹਰਣ ਦਿੰਦੇ ਨੇ ਜਿਵੇਂ ਸ਼੍ਰੀ ਰਾਮਚੰਦਰ ਜੀ ਦੇ ਬਾਰੇ ਵਿੱਚ ਪ੍ਰਚਲਿਤ ਪਰ ਹੈ ਵਿਸ਼ੇ ਸਰਜੂ ਨੀਰ ਬੁਲੰਦੇ। ਕਿ ਉਹ ਸਰਯੂ ਨਦੀ ਦੇ ਅੰਦਰ ਜਿਸ ਵਕਤ ਉਹ ਪ੍ਰਵੇਸ਼ ਕਰੇ ਸੀ, ਬਹੁਰ ਨਹੀਂ ਨਿਜ ਦੇਹ ਦਿਖਾਈ। ਤੇ ਪ੍ਰਵੇਸ਼ ਕਰਕੇ ਉਹਨਾਂ ਨੇ ਬਾਹਰ ਫਿਰ ਆਪਣਾ ਸਰੀਰ ਨਹੀਂ ਸੀ ਦਿਖਾਇਆ। ਜਲ ਸਰੂਪ ਹੈਗੇ ਤਿਸ ਥਾਈ। ਉਹ ਵੀ ਜਲ ਸਰੂਪ ਹੋ ਗਏ ਸਨ, ਜਿਵੇਂ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਸੀ। ਬਿਸਮਤ ਭਏ ਬਿਲੋਕਨ ਹਾਰੇ। ਲੋਕ ਵੇਖ ਵੇਖ ਕੇ ਇਹ ਸਾਰਾ ਕੌਤਕ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਬੜਾ ਵੇਖ ਕੇ ਹੈਰਾਨ ਹੋ ਰਹੇ ਹਨ। ਸਭ ਕੋ ਜੇਠੇ ਬਾਗ ਉਚਾਰੇ। ਇਸ ਤਰ੍ਹਾਂ ਫਿਰ ਭਾਈ ਜੇਠਾ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਇਹ ਬਚਨ ਕਹੇ ਅੰਤ ਸਮੇਂ ਗੁਰਬਾ ਭਏ ਕਿ ਜਿਵੇਂ ਬਤਾਏ। ਕਿ ਅਖੀਰਲੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਚਨ ਜਿਵੇਂ ਸਾਨੂੰ ਫਰਮਾਇਆ ਸੀ, ਜਲ ਪ੍ਰਵਾਹ ਮੋਂਦੇ ਹੋ ਟਿਕਾਏ। ਉਸੇ ਤਰੀਕੇ ਨਾਲ ਕਾਰਜ ਕੀਤੇ ਗਏ ਨੇ। ਸਤਿਗੁਰੂ ਪਾਤਸ਼ਾਹ ਜੀ ਨੂੰ ਜਲ ਪ੍ਰਵਾਹ ਕੀਤਾ ਗਿਆ ਨਰ ਹੈ। ਨਾਰਨ ਕੀ ਭੀਰ ਉਦਾਰ। ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਸੀ ਉਸ ਸਥਾਨ ਦੇ ਉੱਪਰ, ਰਾਵੀ ਦੇ ਕਿਨਾਰੇ ਦੇ ਉੱਪਰ ਜੀ। ਹਟ ਆਏ ਪੁਨ ਨਗਰ ਮਝਾਰ। ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਕੇ ਅਖੀਰਲੇ ਸਮੇਂ ਦੇ ਵਿੱਚ ਇਹ ਪੰਜ ਭੌਤਿਕ ਸਰੀਰ ਪ੍ਰਵਾਹ ਕਰਕੇ ਉਹ ਸਾਰੀ ਸੰਗਤ ਨਗਰ ਦੇ ਵਿੱਚ ਵਾਪਸ ਆ ਗਈ ਹੈ। ਧਰਮਸ਼ਾਲਾ ਥਿਤ ਭੇਵ ਸਮੁਦਾਈ। ਤੇ ਧਰਮਸ਼ਾਲਾ ਜਿਹੜੀ ਬਣੀ ਹੋਈ ਹੈ, ਸਾਰੇ ਉਸ ਸਥਾਨ ਤੇ ਇਕੱਠੇ ਹੁੰਦੇ ਹਨ। ਰੁਦਤ ਬਿਲੋਚਨ ਅਸਰੂ ਬਹਾਈ। ਹਿਰਦਾ ਵਿਰਾਗ ਵਿੱਚ ਭਿੱਜਿਆ ਇਹ ਨੇਤਰਾਂ ਤੇ ਵਿੱਚੋਂ ਜਲ ਵਗਦਾ ਹੈ। ਨੇਤਰ ਸੇਜਲ ਹਨ ਸਾਰਿਆਂ ਦੇ। ਸਾਥ ਰਬਾਬੀ ਲੀਏ ਦੁਤਾਰਾ। ਫਿਰ ਉਹ ਇੱਕ ਰਬਾਬੀ ਜਿਹੜਾ ਪਹਿਲਾਂ ਵੀ ਕੀਰਤਨ ਕਰਦਾ ਸੀ, ਉਹ ਰਬਾਬੀ ਦੁਤਾਰਾ ਲੈ ਕੇ ਉਹ ਵੀ ਉੱਥੇ ਨਾਲ ਹੀ ਆਇਆ ਹੈ। ਕੀਰਤਨ ਸਭ ਕੋ ਅਗਰੇ ਉਚਾਰਾ। ਸਾਰੇ ਇਕੱਠੇ ਹੋ ਕਰਕੇ ਬਾਣੀ ਦਾ ਕੀਰਤਨ ਕਰਦੇ ਹਨ। ਦਰਬਾਦਿਕ ਵਸਤੂ ਗਣ ਸੰਗਤ। ਉਸ ਰਬਾਬੀ ਨੂੰ ਕੀਰਤਨ ਕਰਦਿਆਂ ਬੜੇ ਪਿਆਰ ਨਾਲ ਸਾਰਿਆਂ ਨੇ ਸਤਿਕਾਰ ਕੀਤਾ। ਬਹੁਤ ਸਾਰਾ ਧਨ ਆਦਿਕ ਵੀ ਸਾਰਿਆਂ ਨੇ ਉਸ ਨੂੰ ਦਿੱਤਾ। ਦਿਓ ਬਹੁਤ ਪੁਨ ਰਹਿਓ ਨਾ ਮੰਗਤ। ਬਹੁਤ ਸਾਰੇ ਮੰਗਤੇ ਆਦਿਕ ਵੀ ਜਿਨ੍ਹਾਂ ਨੂੰ ਧਨ ਦਿੱਤਾ ਸਿੱਖਾਂ ਨੇ ਆਪਣੀ ਸਮਰੱਥਾ ਦੇ ਅਨੁਸਾਰ। ਇਸ ਤਰ੍ਹਾਂ ਮੰਗਤਿਆਂ ਦਾ ਵੀ ਜਿਹੜਾ ਸੀ, ਇਹ ਗੁਰੂ ਸਾਹਿਬ ਜਿਵੇਂ ਸਾਰਿਆਂ ਦੀ ਝੋਲੀ ਭਰਦੇ ਸਨ, ਇਦਾਂ ਉਸ ਵਕਤ ਵੀ ਉੱਥੇ ਮੰਗਤਿਆਂ ਦੀ ਝੋਲੀ ਭਰੀ ਜਾਂਦੀ ਹੈ। ਇਸ ਦਿਨ ਰਹਿਤ ਭਏ ਧਰਮਸ਼ਾਲਾ। ਇਸ ਤਰ੍ਹਾਂ ਇਹ ਜਿਹੜਾ ਦਿਨ ਹੈ ਸਾਰਾ ਦਾ ਸਾਰਾ ਸੰਗਤ ਜੀ, ਇੱਥੇ ਧਰਮਸ਼ਾਲਾ ਵਿੱਚ ਇਹ ਜਿਹੜੀ ਰਾਤ ਵਾਲਾ ਦਿਨ ਵੀ ਬਤੀਤ ਹੋ ਗਿਆ, ਤੇ ਫਿਰ ਰਾਤ ਵੀ ਸਿੱਖ ਉੱਥੇ ਹੀ ਰਹੇ ਹਨ। ਪੰਚੋ ਸਿੱਖਨ ਸੋਗ ਵਿਸ਼ਾਲਾ। ਪੰਜੇ ਸਿੱਖ ਜਿਹੜੇ 5 ਦਿਨ ਪਹਿਲਾਂ ਸਤਿਗੁਰੂ ਪਾਤਸ਼ਾਹ ਦੇ ਨਾਲ ਕੈਦ ਰਹੇ ਨੇ, ਉਹਨਾਂ ਦਾ ਹਿਰਦਾ ਸਾਰਿਆਂ ਦਾ ਬੜਾ ਵਿਰਾਗ ਦੇ ਵਿੱਚ ਹੈ। ਇਸ ਦਿਨ ਕਿਨੋ ਨਾ ਭੋਜਨ ਕੀਨਾ। ਸਿੱਖੀ ਰਹਿਤ ਮਰਿਆਦਾ ਦੇ ਅਨੁਸਾਰ ਭਾਵੇਂ ਰੋਜ਼ ਉਸ ਵਕਤ ਵੀ ਅਸੀਂ ਪ੍ਰਸ਼ਾਦ ਪਾਣੀ ਤਿਆਰ ਕਰਦੇ ਹਾਂ। ਐਸਾ ਨਹੀਂ ਕਿ ਅੱਗ ਨਹੀਂ ਬਾਲਣੀ ਜਾਂ ਪ੍ਰਸ਼ਾਦਾ ਪਾਣੀ ਨਹੀਂ ਕਰਨਾ। ਪ੍ਰਸ਼ਾਦਾ ਪਾਣੀ ਸਿੱਖਾਂ ਦੀ ਰੀਤ ਹੈ ਕਿ ਕੋਈ ਚਲਾਣਾ ਵੀ ਕਰ ਜੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ। ਪਰ ਸਿੱਖਾਂ ਦੀ ਅਵਸਥਾ ਐਸੀ ਸੀ ਕਿ ਹੁਣ ਭੋਜਨ ਪ੍ਰਸ਼ਾਦਾ ਛਕਣ ਨੂੰ ਵੀ ਕਿਸੇ ਦਾ ਮਨ ਨਹੀਂ ਸੀ ਕਰ ਰਿਹਾ। ਮੁਰਝਾਵਤ ਬੈਠੇ ਮਨ ਦੀਨਾ। ਗੁਰੂ ਦੀ ਯਾਦ ਵਿੱਚ ਚਿਹਰਾ ਜਿਹੜਾ ਸੀ ਉਹਨਾਂ ਦਾ ਗਮਗੀਨ ਹੈ। ਮਹਾਰਾਜ ਦੀ ਯਾਦ ਵਿੱਚ ਬੈਰਾਗੀ ਹਿਰਦੇ ਜਿਹੜੇ ਨੇ, ਇਸ ਵਿਛੋੜੇ ਕਰਕੇ ਇਹ ਦੁੱਖ ਨਹੀਂ ਸੀ ਝੱਲਿਆ ਜਾ ਰਿਹਾ। ਬਿਨ ਮਹਿਪਾਲ ਚਮੂ ਜਿਮਦੀਨਾ। ਕਹਿੰਦੇ ਜਿਸ ਤਰੀਕੇ ਨਾਲ ਕਿਸੇ ਰਾਜੇ ਤੋਂ ਬਗੈਰ ਜਿਵੇਂ ਕਿਸੇ ਫੌਜ ਦਾ ਹਾਲ ਹੋ ਜਾਂਦਾ ਹੈ, ਲੋ ਬਿਨ ਬੇਰਾਤ ਜਮਹੀਨਾ। ਜਿਵੇਂ ਕਿਸੇ ਦੂਲੇ ਤੋਂ ਬਗੈਰ, ਲਾੜੇ ਤੋਂ ਬਗੈਰ ਜਿਵੇਂ ਬਰਾਤ ਹੁੰਦੀ ਹੈ, ਬਰਾਤ ਕਿਸੇ ਅਰਥ ਨਹੀਂ, ਲਾੜੇ ਤੋਂ ਬਗੈਰ ਬਰਾਤ ਦੀ ਕੀ ਵਡਿਆਈ ਹੈ। ਜਥਾ ਜਾਮਨੇ ਚੰਦ ਬਹੀਨਾ। ਜਿਵੇਂ ਰਾਤ ਚੰਦਰਮਾ ਤੋਂ ਬਹੀਨ ਹੋਵੇ, ਬਿਨਾਂ ਚੰਦਰਮਾ ਤੋਂ ਰਾਤ ਦੀ ਕੀ ਵਡਿਆਈ। ਗੁਰ ਬਿਨ ਸੰਗਤ ਤਥਾ ਮਲੀਨਾ। ਇਸ ਤਰ੍ਹਾਂ ਗੁਰੂ ਤੋਂ ਬਗੈਰ ਜਿਹੜੀ ਸਾਰੀ ਸੰਗਤ ਬੜੀ ਉਦਾਸ ਹੈ। ਬਿਨਾ ਨਰੇਸ਼ਵਰ ਪ੍ਰਜਾ ਦੁਖਾਰੀ। ਜਿਸ ਤਰੀਕੇ ਨਾਲ ਰਾਜੇ ਤੋਂ ਬਗੈਰ ਸਾਰੀ ਪ੍ਰਜਾ ਦੁਖੀ ਹੁੰਦੀ ਹੈ। ਪਤ ਬਿਹੂਣ ਜਿਵੇਂ ਪ੍ਰਤ ਬ੍ਰਤ ਨਾਰੀ। ਜਿਵੇਂ ਪਤੀ ਤੋਂ ਬਗੈਰ ਪਤੀਵਰਤਾ ਇਸਤਰੀ ਵਿਰਾਗ ਵਿੱਚ ਆਉਂਦੀ ਹੈ। ਜਿਵੇਂ ਜਨ ਗ੍ਰਾਮ ਪੈਂਚ ਬਿਨ ਦੀਨਾ। ਜਿਵੇਂ ਪਿੰਡ ਦੇ ਸਰਪੰਚ ਤੋਂ ਬਗੈਰ ਪਿੰਡ ਦੇ ਲੋਕ ਬੜੇ ਦੁਖੀ ਇਕੱਲੇ ਮਹਿਸੂਸ ਕਰਦੇ ਹਨ। ਗੁਰ ਬਿਨ ਸੰਗਤ ਤਥਾ ਮਲੀਨਾ। ਇਸ ਤਰ੍ਹਾਂ ਗੁਰੂ ਤੋਂ
ਬਗੈਰ ਸਾਰੀ ਸੰਗਤ ਬੜੀ ਉਦਾਸ ਹੈ। ਸਰਬ ਜਾਮਨੇ ਸੋਚਤ ਬੀਤੀ, ਸਾਰੀ ਰਾਤ ਸਤਿਗੁਰਾਂ ਦੀ ਯਾਦ ਵਿੱਚ ਉਹਨਾਂ ਬਤੀਤ ਕੀਤੀ ਹੈ। ਕਿਤੋ ਸ੍ਰੀ ਅਰਜਨ ਪਦ ਪ੍ਰੀਤੀ, ਜਿਨ੍ਹਾਂ ਦੀ ਹਿਰਦੇ ਦੇ ਅੰਦਰ ਸਤਿਗੁਰਾਂ ਦੇ ਪ੍ਰਤੀ ਬੜੀ ਪ੍ਰੀਤ ਸੀ, ਉਹ ਸਾਰੇ ਸਤਿਗੁਰਾਂ ਨੂੰ ਯਾਦ ਕਰਦੇ ਹਨ। ਅਸ਼ਟ ਜਾਮ ਜੇ ਦਰਸਤ ਰਹੈ, ਜਿਹੜੇ ਅੱਠੇ ਪਹਿਰ ਸਤਿਗੁਰਾਂ ਦੇ ਹਮੇਸ਼ਾ ਦਰਸ਼ਨ ਹੀ ਕਰਦੇ ਰਹਿੰਦੇ ਸਨ। ਨਾ ਬਿਖੇ ਸ਼ਾਂਤੀ ਕਿਉ ਲਹੈ, ਹਰ ਪਲ ਗੁਰੂ ਕੇ ਦੀਦਾਰ ਕਰਕੇ ਆਨੰਦ ਮਾਣਦੇ ਸੀ। ਹੁਣ ਗੁਰੂ ਕੇ ਦੀਦਾਰ ਤੋਂ ਬਗੈਰ ਕਿਵੇਂ ਉਹਨਾਂ ਨੂੰ ਸ਼ਾਂਤੀ ਮਿਲੇ। ਨੀਠ ਨੀਠ ਅਵਲੋਕ ਪ੍ਰਭਾਤ, ਇਸ ਤਰ੍ਹਾਂ ਰਾਤ ਗੁਰੂ ਜੀ ਦੀ ਯਾਦ ਦੇ ਵਿੱਚ ਸਤਿਗੁਰਾਂ ਦੇ ਪਿਆਰ ਵਿਰਾਗ ਵਿੱਚ ਹੀ ਬਤੀਤ ਹੋਈ ਤੇ ਪ੍ਰਭਾਤ ਹੋ ਗਈ ਹੈ। ਸ਼ੋਕ ਅਧਿਕ ਤੇ ਬਿਤੇ ਨ ਰਾਤ, ਪਰ ਜਿਹੜਾ ਇਹ ਸਮਾਂ ਸੀ, ਇਹ ਸਮਾਂ ਨਹੀਂ ਸੀ ਬਤੀਤ ਹੁੰਦਾ। ਇਹ ਅਵਸਥਾ ਇਹ ਵੀ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਲੀ ਅਵਸਥਾ ਸੀ। ਵਿਛੋਵੇ ਤੇ ਇਹੋ ਜਿਹਾ ਦੁੱਖ ਹੈ ਜਿਵੇਂ ਕਿਸੇ ਨੇ ਜੰਬੂਰ ਨਾਲ ਮਾਸ ਨੋਚਿਆ ਹੋਵੇ, ਇਹਦੇ ਨਾਲੋਂ ਵੀ ਵੱਡਾ ਵਿਛੋੜੇ ਦਾ ਦੁੱਖ ਮੰਨਿਆ ਗਿਆ ਹੈ। ਰਾਵੀ ਮੈਂ ਕਰਕੇ ਇਸ਼ਨਾਨ, ਅੰਮ੍ਰਿਤ ਵੇਲਾ ਹੋਇਆ, ਇਹ ਸਾਰੇ ਸਿੱਖਾਂ ਨੇ ਰਾਵੀ ਦੇ ਵਿੱਚ ਫਿਰ ਇਸ਼ਨਾਨ ਕੀਤਾ। ਨਮੋ ਕਰੀ ਸਤਿਗੁਰ ਕੇ ਥਾਨ, ਜਿੱਥੇ ਸਤਿਗੁਰ ਪਾਤਸ਼ਾਹ ਜੀ ਨੇ ਸ਼ਹਾਦਤ ਪਾਈ, ਜਿੱਥੇ ਸਰੀਰਕ ਚੋਲਾ ਸਤਿਗੁਰ ਪਾਤਸ਼ਾਹ ਦਾ ਪ੍ਰਵਾਹ ਹੋਇਆ ਸੀ, ਉੱਥੇ ਸਿੱਖਾਂ ਨੇ ਗੁਰੂ ਦੀ ਯਾਦ ਵਿੱਚ ਨਮਸਕਾਰ ਕੀਤੀ। ਸਦਾ ਸਰੋਵਰ ਦਿਸ਼ਾ ਸੁਧਾਰੇ, ਨਮਸਕਾਰ ਕਰਕੇ ਫਿਰ ਅੰਮ੍ਰਿਤਸਰ ਵਾਲੇ ਪਾਸੇ ਨੂੰ ਸਾਰੇ ਚੱਲ ਪਏ ਹਨ। ਮਨੋ ਕਰਤ ਰਨਹਾਰ ਪਧਾਰੇ, ਅਵਸਥਾ ਮਨ ਦੀ ਐਸੀ ਸੀ ਕਿ ਜਿਵੇਂ ਕੋਈ ਜੰਗ ਦੇ ਮੈਦਾਨ ਦੇ ਵਿੱਚੋਂ ਜੰਗ ਹਾਰ ਕੇ ਆਇਆ ਹੋਵੇ। ਸਭ ਪੂੰਜੀ ਜਨ ਬਨਕ ਗਵਾਏ, ਇਦਾਂ ਗੁਰੂ ਸਾਹਿਬ ਦੇ ਵਿਰਾਗ ਦੇ ਵਿੱਚ, ਵਿਛੋੜੇ ਵਿੱਚ ਇਹਨਾਂ ਦੀ ਅਵਸਥਾ ਇਹੋ ਜੀ ਬਣੀ ਹੋਈ ਸੀ। ਸਿੱਖਾਂ ਦੇ ਮਨ ਇਹੋ ਜਿਹੇ ਸਨ ਕਿ ਜਿਵੇਂ ਕਿਸੇ ਨੇ ਸਾਰੀ ਪੂੰਜੀ ਕਿਤੇ ਮੰਨ ਲਓ ਬਾਣੀਏ ਨੇ ਗਵਾ ਲਈ ਹੋਵੇ, ਕੈ ਬਨ ਮੈਂ ਸਭ ਵਸਤੂ ਲੁਟਾਏ, ਜਾਂ ਕਿਸੇ ਬਾਣੀਏ ਦੀ ਸਾਰੀ ਵਸਤੂ, ਸਾਰਾ ਧਨ ਕਿਸੇ ਨੇ ਜੰਗਲ 'ਚ ਖੋਹ ਲਿਆ ਹੋਵੇ। ਹਿਰਦੇ ਵਿਚਾਰਤ ਮਾਤਾ ਪਾਸ, ਤੇ ਇਸ ਪੰਜੇ ਸਿੱਖ ਮਨ ਵਿੱਚ ਵਿਚਾਰਦੇ ਨੇ ਕਿ ਜਾ ਕਰਕੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਾਤਾ ਗੰਗਾ ਜੀ ਦੇ ਨਾਲ ਜਾ ਕੇ ਕਿਵੇਂ ਬਚਨ ਕਰਾਂਗੇ। ਕਰਹਿ ਸੂਲ ਸੰਭਾਗ ਪ੍ਰਕਾਸ਼, ਇਹ ਸੂਲ ਵਰਗੇ ਬੋਲ ਕਿਵੇਂ ਉਹਨਾਂ ਦੇ ਸਾਹਮਣੇ, ਉਹਨਾਂ ਨੂੰ ਸਾਰੀ ਖਬਰ ਕਿਵੇਂ ਦੱਸਾਂਗੇ। ਜਿਸ ਕੇ ਸੁਣਤ ਗ੍ਰਹਿ ਬਕੁਲਾਏ, ਜਿਹੜੇ ਬਚਨ ਸੁਣ ਕੇ ਸਾਰਿਆਂ ਦੇ ਹਿਰਦੇ ਵਿਰਾਗੀ ਹੋ ਜਾਣਗੇ, ਕਿਵੇਂ ਇਹ ਖਬਰ ਉੱਥੇ ਅੰਮ੍ਰਿਤਸਰ ਦੱਸਾਂਗੇ। ਟਿਕ ਬੋਲਣ ਹਮਰੋ ਤਿਸ ਭਾਏ, ਸਾਡਾ ਇਹ ਬੋਲਣ ਤੇ ਵੀ ਧਿਕਾਰ ਹੈ ਕਿ ਅਸੀਂ ਇਹੋ ਜਿਹੇ ਬੋਲ ਗੁਰੂ ਸਾਹਿਬ ਦੇ ਇਹੋ ਜੀ ਖਬਰ ਕਿਵੇਂ ਜਾ ਕੇ ਦੱਸਾਂਗੇ। ਹਰ ਗੋਬਿੰਦ ਬਾਲ ਤਨ ਬੈਸਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਅਵਸਥਾ ਹੈ ਉਹਨਾਂ ਦੀ। ਹਮ ਤੇ ਸੁਨੈ ਬਾਗ ਜਬ ਆਸਾ, ਇਹ ਸਿੱਖਾਂ ਦੇ ਮਨ ਦੀ ਭਾਵਨਾ ਹੈ। ਭਾਵੇਂ ਛੇਵੇਂ ਪਾਤਸ਼ਾਹ ਹਰ ਕਲਾ ਵਿੱਚ ਸਮਰੱਥ ਹਨ, ਉਹਨਾਂ ਨੇ ਦੋਲਦਿਆਂ ਹਿਰਦਿਆਂ ਨੂੰ ਵੀ ਹੌਸਲਾ ਦੇਣਾ ਹੈ, ਪਰ ਮਨ ਦੀ ਇਹਨਾਂ ਦੇ ਵਿੱਚ ਵਿਚਾਰ ਚੱਲ ਰਹੀ ਹੈ ਕਿ ਕਿਵੇਂ ਉਹਨਾਂ ਨੂੰ ਇਹ ਖਬਰ ਜਾ ਕਰਕੇ ਦੱਸਾਂਗੇ। ਦੁਖੀ ਹੋਏ ਬਹੁ ਰੁੱਤ ਪੁਕਾਰੈ, ਕਿਉਂਕਿ ਪਿਤਾ ਦਾ ਜਦੋਂ ਪੁੱਤਰ ਨੂੰ ਸੁਨੇਹਾ ਇਹੋ ਜਿਹਾ ਮਿਲੇ ਤੇ ਹਰ ਪੁੱਤਰ ਬੜਾ ਦੁਖੀ ਹੁੰਦਾ ਹੈ। ਕਹਾਂ ਤਜੇ ਪਿਤ ਗੁਰੂ ਉਚਾਰੈ, ਪੁੱਛਣਗੇ ਜ਼ਰੂਰ ਕਿ ਸਾਡੇ ਪਿਤਾ ਜੀ ਨੂੰ ਛੱਡ ਕੇ ਕਿੱਥੇ ਆ ਗਏ ਹੋ, ਤੇ ਫਿਰ ਕੀ ਜਵਾਬ ਦੇਵਾਂਗੇ। ਕਿਆ ਹਮ ਕਹੈ ਜੀਤ ਚਲ ਆਏ, ਕਿਵੇਂ ਦੱਸਾਂਗੇ ਕਿ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ, ਉਹ ਸ਼ਹੀਦ ਹੋ ਗਏ ਨੇ ਤੇ ਅਸੀਂ ਜਿੰਦੇ ਜੀ ਸਰੀਰ ਲੈ ਕੇ ਅਸੀਂ ਆ ਗਏ ਹਾਂ। ਦਸਾ ਦੇਖ ਸਾਸ ਦੁਖ ਨਹਿ ਪਾਏ, ਇਸ ਤਰੀਕੇ ਦੀ ਦਸ਼ਾ ਜਿਹੜੀ ਉਹਨਾਂ ਦੀ ਸੀ ਕਿ ਵੇਖ ਕੇ ਅਸੀਂ ਬਹੁਤ ਦੁਖੀ ਹੋਵਾਂਗੇ। ਕਰਦਮ ਹਿਰਦਾ ਨ ਬਿਦਰਿਓ ਤਬ ਹੂੰ, ਕਹਿਣ ਲੱਗੇ ਫਿਰ ਕਿਵੇਂ, ਉਹ ਤੇ ਸਾਨੂੰ ਵੇਖ ਕੇ ਕਹਿਣਗੇ ਤੁਹਾਡਾ ਚਿੱਕੜ ਵਰਗ ਹਿਰਦਾ ਪਾਟ ਕਿਉਂ ਨਾ ਗਿਆ। ਜਲ ਗੁਰ ਪ੍ਰੀਤਮ ਬਿਸ਼ਰੇ ਜਬ ਹੂੰ, ਜਦੋਂ ਗੁਰੂ ਸਾਹਿਬ ਤੁਹਾਡੇ ਤੋਂ ਵਿਛੜੇ ਸੀ, ਤੁਸੀਂ ਇਹ ਦੁੱਖ ਕਿਵੇਂ ਝੱਲ ਗਏ ਹੋ। ਹਮ ਤੇ ਆਸ਼ੇ ਬਨ ਕੇ ਹਰਨਾ, ਕਿ ਸਾਡੇ ਨਾਲੋਂ ਤੇ ਜੰਗਲ ਦੇ ਹਿਰਨ ਵੀ ਚੰਗੇ ਹਨ। ਸੁਣਤ ਨਾਦ ਕੋ ਗਿਣੈ ਨ ਮਰਨਾ, ਜਦੋਂ ਕੰਨਾਂ ਵਿੱਚ ਨਾਦ ਘੰਡੇ ਹੇੜੇ ਦੀ ਆਵਾਜ਼ ਪੈਂਦੀ ਹੈ, ਉਹ ਆਪਣੀ ਮੌਤ ਦੀ ਪਰਵਾਹ ਨਹੀਂ ਕਰਦੇ, ਉਧਰ ਆਵਾਜ਼ ਵੱਲ ਦੌੜੇ ਜਾਂਦੇ ਹਨ। ਤਿਰਗਤ ਜੋਨ ਕਿਆ ਕੀਟ ਪਤੰਗਾ, ਟੇਡੀਆਂ ਮੇਡੀਆਂ ਜੋਨਾਂ ਜਿਹੜੇ ਕੀੜੇ ਤੇ ਪਤੰਗੇ ਨੇ ਉਹ ਵੀ ਚੰਗੇ ਹਨ। ਪ੍ਰੀਤ ਮਿਹਤ ਜਾਰਤ ਨਿਜੰਗਾ, ਜਦੋਂ ਉਹਨਾਂ ਦੀ ਪ੍ਰੀਤ ਜਿਸ ਵਕਤ ਕਿਸੇ ਜੋਤ ਦੀਵੇ ਨਾਲ ਬਣਦੀ ਹੈ, ਰੋਸ਼ਨੀ ਨਾਲ, ਉਹਦੇ ਵਿੱਚ ਸੜ ਕੇ ਮਰ ਜਾਂਦੇ ਹਨ, ਪਰ ਉਹ ਆਪਣੀ ਪ੍ਰੀਤ ਨਹੀਂ ਛੱਡਦੇ। ਨੀਰ ਬਿਰਹ ਕਿਤੇ ਮੀਨ ਨਿਹਾਰੂ, ਮੱਛੀ ਦੀ ਪ੍ਰੀਤ ਵੱਡੀ ਹੈ ਜਿਹੜੀ ਪਾਣੀ ਨਾਲ ਸਾਂਝ ਪਾਉਂਦੀ ਹੈ। ਜੀਤ ਪ੍ਰਾਨ ਨਹਿ ਕਰਹਿ ਅਵਾਰੂ, ਪਰ ਪਾਣੀ ਦਾ ਤਿਆਗ ਕਰਦਿਆਂ ਪ੍ਰਾਣ ਤਿਆਗ ਦਿੰਦੀ ਹੈ, ਜੀਂਦੀ ਨਹੀਂ ਰਹਿੰਦੀ। ਭ੍ਰਮਰਤ ਜੈ ਨਾ ਗੰਧ ਸੁਵਾਉ, ਜਿਸ ਤਰ੍ਹਾਂ ਭਵਰਾ ਕਿਤੇ ਸੁਗੰਧੀ ਨਾਲ ਪ੍ਰੀਤ ਪਾਉਂਦਾ ਹੈ, ਪੁਸ਼ਪ ਕੇਤ ਕੀ ਬੋਧਤ ਜਾਉ, ਤੇ ਜਿਹੜਾ ਫੁੱਲ ਹੈ ਉਹ ਉਸ ਦੇ ਵਿੱਚ ਆਪਣੇ ਆਪ ਨੂੰ, ਜਦੋਂ ਫੁੱਲ ਸੰਕਟ ਇਕੱਠੇ ਆਪਣਾ ਆਪ ਬੰਦ ਕਰ ਲੈਂਦਾ ਹੈ, ਤੇ
ਤੇ ਉਹਦੇ ਵਿੱਚ ਜਾਨ ਦੇ ਦਿੰਦਾ ਹੈ ਭਵਰਾ, ਪਰ ਪ੍ਰੀਤ ਨਹੀਂ ਛੱਡਦਾ। ਹਾਂ ਪੰਚੋ ਤੇ ਪੰਚੋ ਜੀਵ, ਇਸ ਤਰ੍ਹਾਂ ਅਸੀਂ ਵੀ ਜਿਹੜੇ ਸਾਡੇ ਨਾਲੋਂ ਤੇ ਉਹ ਪੰਜ ਜੀਵ ਜਿਹੜੇ ਚੰਗੇ ਨੇ, ਉੱਤਮ ਪ੍ਰੇਮ ਨਿਭਾਹ ਸਦੀਵ, ਜਿਨ੍ਹਾਂ ਨੇ ਉੱਤਮ ਪ੍ਰੇਮ ਨਿਭਾਇਆ। ਪ੍ਰਥਮ ਦੇਹ ਕਰ ਦੁਖ ਗੁਰ ਕੇਰੇ, ਇਹ ਸਭ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਦੇ ਤੁਸੀਂ ਕਸ਼ਟ ਵੇਖੇ, ਮਨ ਵਿੱਚ ਵਿਚਾਰਦੇ ਹਨ। ਅਬ ਗੁਰ ਪਤਨੀ ਸੁਧ ਦੁਖ ਹੇਰੇ, ਪਹਿਲਾਂ ਗੁਰੂ ਸਾਹਿਬ ਦੇ ਕਸ਼ਟ ਵੇਖੇ, ਹੁਣ ਗੁਰੂ ਕੇ ਪਰਿਵਾਰ ਦੇ ਕਸ਼ਟ ਵੇਖਾਂਗੇ। ਏਵ ਵਿਚਾਰ ਤੇ ਆਰਤ ਹੋਤੇ, ਇਦਾਂ ਦੀ ਸੋਚ ਕਰਕੇ ਬੜੇ ਦੁਖੀ ਹੋ ਰਹੇ ਨੇ ਪੰਜੇ। ਬਦਨ ਖਿਨ ਦੁਤ ਨਹੀਂ ਉਦੇਤੇ, ਚਿਹਰੇ ਦਾ ਤੇਜ ਪ੍ਰਤਾਪ ਘਟਿਆ, ਮੁਰਝਾਏ ਚਿਹਰੇ ਹਨ। ਵਿਸ਼ੇ ਜਾਏ ਸੁਧਾਸਰ ਨਗਰੀ, ਤੇ ਅੰਮ੍ਰਿਤਸਰ ਨਗਰੀ ਵਿੱਚ ਪਹੁੰਚ ਗਏ ਹਨ। ਅਸਰੂ ਬਿਮੋਚ ਬਿਲੋਕਤ ਸਗਰੇ, ਅੱਖਾਂ ਵਿੱਚੋਂ ਨੀਰ ਵਗ ਰਿਹਾ ਹੈ। ਜੈ ਸ੍ਰੀ ਹਰਿ ਗੋਬਿੰਦ ਆਨੰਦਤ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਆਨੰਦ ਬਖਸ਼ ਰਹੇ ਨੇ ਅੰਮ੍ਰਿਤਸਰ, ਆਏ ਖਰੇ ਪਗ ਪੰਕਜ ਬੰਦਤ, ਸਤਿਗੁਰਾਂ ਦੇ ਕਮਲ ਚਰਨਾਂ ਤੇ ਆ ਕੇ ਹਾਜ਼ਰ ਹੁੰਦੇ ਹਨ। ਦਿਨ ਕੋ ਗਿਣਤ ਗੁਰੂ ਜਬ ਗਏ, ਸਤਿਗੁਰੂ ਵੇਖ ਰਹੇ ਨੇ ਇੰਨੇ ਦਿਨ ਹੋ ਗਏ ਪੰਜਵੇਂ ਪਾਤਸ਼ਾਹ ਨੂੰ ਗਿਆ ਨੂੰ, ਏਤਿਕ ਬਿਰਾਇਤ ਨੋ ਕੇ ਕਿ ਭਏ, ਇੰਨੇ ਦਿਨ ਵਿਛੋੜੇ ਵਿੱਚ ਬਤੀਤ ਹੋਏ ਹਨ। ਕਰਤ ਪ੍ਰਤੀਖਣ ਕਬੇ ਤੇ ਆਵੈ, ਪ੍ਰਤੀਖਿਆ ਕਰ ਰਹੇ ਸਨ ਕਿ ਕਦੋਂ ਸਤਿਗੁਰੂ ਜੀ ਆਉਣਗੇ। ਉਡੀਕ ਵਿੱਚ ਸਨ ਸਾਰੇ ਅੰਮ੍ਰਿਤਸਰ, ਰਹਿ ਦਰਸ਼ਨ ਸੁੰਦਰ ਦਿਖਰਾਵੈ, ਤੇ ਆ ਕੇ ਸੁੰਦਰ ਦਰਸ਼ਨ ਦੇਣਗੇ ਗੁਰੂ ਅਰਜਨ ਸਾਹਿਬ। ਬੈਠੇ ਜਬੇ ਲਗਾਏ ਦੀਵਾਨ, ਤੇ ਆ ਕੇ ਜਦੋਂ ਦੀਵਾਨ ਲਾਉਣਗੇ ਅੰਮ੍ਰਿਤਸਰ, ਸਿੱਖ ਸੰਗਤ ਦਰਸਾ ਗਣਿਆਨ, ਤੇ ਸੰਗਤਾਂ ਆ ਕੇ ਦਰਸ਼ਨ ਕਰਨਗੀਆਂ। ਦੇਖਤ ਨੋ ਕੋ ਹੋਏ ਆਨੰਦਾ, ਦਰਸ਼ਨ ਕਰਕੇ ਸਾਰੇ ਆਨੰਦ ਮਾਣਨਗੇ। ਜਨਮ ਜਨਮ ਕੇ ਕਾਟੈ ਫੰਦਾ, ਜਨਮਾਂ ਜਨਮਾਂ ਦੀਆਂ ਫਾਈਆਂ ਕੱਟੀਆਂ ਜਾਣਗੀਆਂ। ਮਨ ਉਦਾਤਾ ਪ੍ਰਾਪਤ ਸ਼ਾਂਤੀ, ਤੇ ਉਹਨਾਂ ਦੇ ਦਰਸ਼ਨ ਕਰਕੇ ਹਿਰਦਾ ਸ਼ਾਂਤ ਹੋਏਗਾ। ਹੋਏ ਖੁਸ਼ੀ ਕਬ ਸ਼ੀਤਲ ਛਾਤੀ, ਇਹ ਖੁਸ਼ੀ ਉਹਨਾਂ ਦੇ ਦਰਸ਼ਨਾਂ ਵਾਲੀ ਕਦੋਂ ਮਿਲੇਗੀ, ਹਿਰਦਾ ਕਦੋਂ ਸ਼ੀਤਲ ਹੋਏਗਾ। ਇਸ ਤਰ੍ਹਾਂ ਕਰਕੇ ਇਹ ਵਿਚਾਰ ਕਰਕੇ ਜਿਵੇਂ ਪਹੁੰਚੇ ਨੇ, ਸਾਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਵਿਚਾਰਦੇ ਨੇ, ਪੁੱਛਦੇ ਨੇ ਕਿ ਗੁਰੂ ਸਾਹਿਬ ਕਿਉਂ ਨਹੀਂ ਆਏ। ਤੇ ਜਿਵੇਂ ਇਹ ਸਿੱਖ ਸਾਰੀ ਘਟਨਾ ਦੱਸਦੇ ਐ, ਇਹ ਪ੍ਰਸੰਗ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਸਭ ਦੀ ਹਾਜ਼ਰੀ ਸੇਵਾਦਾਰ ਪ੍ਰਵਾਨ ਕਰਨ। ਭੁੱਲ ਚੁੱਕ ਦੀ ਖਿਮਾ, ਸਭ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਨ ਉਦਾਸਤਾ ਪ੍ਰਾਪਤ ਸ਼ਾਂਤੀ, ਹੋਏ ਖੁਸ਼ੀ ਕਬ ਸ਼ੀਤਲ ਛਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।